कबीर तू तू करता तू हुआ, मुझ में रहा न हो। जब आपा पर का मिट गया, जब आपा पर का मिट गया, जत देखा तत तू। कबीर मेरा मुझ में है किश नहीं, जो किश है सो तेरा, तेरा तुझको हो, तेरा तुझको सौंपते क्या लागे है मेरा, क्या लागे मेरा। जब हम होते तब तू नहीं, जब हम होते तब तू नहीं, अब तू ही मैं नहीं, अब तू ही मैं नहीं, अब तू ही मैं नहीं। मैं नहीं किश हो नहीं, मैं नहीं कुछ हो नहीं, किश आहे न मोरा, किश आहे न मोरा। अंसर लज्जा राख ले हो, अंसर लज्जा राख ले हो। मैं सदना जन तोरा, मैं सदना, मैं सदना जन तोरा। मैं सदना जन तोरा। तुझ बिन कवन हमारा, तुझ बिन कवन। ਬਾਬਾ ਜੀ ਕਹਿੰਦੇ ਹੱਲੇ ਨਹੀਂ ਅੱਜ ਨਹੀਂ ਪੈਣਾ, ਕੱਲ ਨੂੰ ਪਊਗਾ, ਪਰਸੋਂ ਜਦੋਂ ਆਏਂਗੇ ਦੁਬਾਰਾ ਚਲੋ ਬਾਅਦ ਜੀ ਆਪੇ ਸੋ ਧਾਗਾ ਪਾ ਅੱਖ ਖੋਲੋ, ਅੱਖ ਆ ਬਣਾਈ ਨਾ ਅੱਜ ਇਹ ਬੰਦ ਕਰੋ ਅੱਖ ਮੋੜੀ ਜਿਸ ਤਰ੍ਹਾਂ ਤੁਹਾਨੂੰ ਇੱਧਰ ਕਿੰਨੀਆਂ ਉਂਗਲਾਂ ਠੀਕ ਆ ਕੱਲ ਇੱਕ ਵੀ ਨਹੀਂ ਦਿੱਤੀ ਤੁਹਾਨੂੰ ਕੱਲ ਇੱਕ ਇਦਾਂ ਤਾਂ ਦੂਰ ਤੱਕ ਦਿਖਦਾ ਇਹਨੂੰ ਸਾਰੇ ਬੰਦੇ ਦੇਖਣੇ ਸਭ ਕੁਝ ਦੇਖਣਾ ਦੂਰ ਤੱਕ ਦੇਖਣਾ ਅੱਜ ਹੁਣ ਆ ਸੂਈ ਤੁਹਾਡੇ ਕੋਲ ਹੈਗੀ ਨਾ ਜਾਓ ਧਾਗਾ ਦਿਓ ਅਸੀਂ ਪਾਉਣੇ ਤੁਹਾਡੇ ਕੋਲ ਕੱਲ ਕਿਹਾ ਸੀ ਧਾਗਾ ਪਾਉਣਾ ਤੁਹਾਡੇ ਕੋਲ ਸੂਈ 'ਚ ਇਸ ਅੱਖ ਦੇ ਨਾਲ ਜੇ ਨਹੀਂ ਦੀਦਾ ਕੋਸ਼ਿਸ਼ ਕਰੋ ਹਾਂ ਅਸੀਂ ਕੱਲ ਇਹਨਾਂ ਨੂੰ ਕਿਹਾ ਸੀ ਤੁਹਾਡੇ ਕੋਲ ਇਸੇ ਅੱਖ ਦੇ ਨਾਲ ਧਾਗਾ ਪਾਉਣਾ ਜੇ ਇਸ ਅੱਖ ਨਾਲ ਨਹੀਂ ਦਿਸ ਰਿਹਾ ਤੇ ਆਹ ਬੰਦ ਕਰਕੇ ਰੱਖੋ ਇਹਨਾਂ ਦੀ ਜਦੋਂ ਅਸੀਂ ਕੋਸ਼ਿਸ਼ ਕਰਦੇ ਅਸੀਂ ਵੀ ਦੇਖੀਏ ਬਾਬਾ ਜੀ ਦੀ ਮਿਹਰ ਬਾਬਾ ਜੀ ਦਾ ਮਿਹਰ ਹੋਈ ਜਾਣੀ ਹਾਂ ਅਸੀਂ ਉਹ ਇੱਥੇ ਆਹ ਬੰਦ ਕਰੋ ਨਾ ਇੱਧਰ ਉਸ ਅੱਖ ਨਾਲ ਪਾਓ ਜਿਹੜੀ ਬਣਾਈ ਆ थोड़ा लेना ਠੀਕ ਲਿਆਂਦੀ ਨਾ एंगल बनना है खोल देगा कोई कर दे चलो बेटा पाओ
ਡਾਕਟਰ ਸਾਹਿਬ ਕਹਿੰਦੇ ਸੀ ਪਰਸੋਂ ਨੂੰ ਬੜਾ ਸੀਗਾ, ਹੁਣ ਅਸੀਂ ਕਿਹਾ ਸੰਗਤ ਨੂੰ ਭਾਈ ਵੀਡੀਓ ਝੂਠਾ ਕਰੂ ਸਾਨੂੰ ਵੀ ਗੱਪਾਂ ਮਾਰਦੇ ਤੁਸੀਂ। ਇਹ ਬਾਬਾ ਜੀ ਦੀ ਕਿਰਪਾ, ਬਹੁਤ ਬਹੁਤ ਧੰਨਵਾਦ। ਇਹ ਬਾਬਾ ਜੀ ਦੀ ਕਿਰਪਾ, ਇਹ ਆਪਣੀ ਸਾਇੰਸ ਤੇ ਬਾਹਰ ਦੇਖਿਆ ਸੀ ਚਿੱਟਾ ਸੀ ਦੂਰੋਂ ਦੀਦਾ ਸੀ ਮੋਤੀਆ ਇਹਨਾਂ ਦੇ, ਤੇ ਅਸੀਂ ਬੇਨਤੀ ਕੀਤੀ ਸੀ ਬਾਬਾ ਜੀ ਨੇ ਜਾਣਾ ਜੀ ਕੱਲ ਨੂੰ ਜੇ ਬਾਬਾ ਜੀ ਦੀ ਕਿਰਪਾ ਹੋਵੇ ਤਾਂ ਕੱਲ ਨੂੰ ਧਾਗਾ ਪਾਉਣਗੇ ਅਸੀਂ, ਠੀਕ ਹੈ ਨਾ। ਹੁਣ ਦੇਖ ਰਹੇ ਨਾ ਸਾਰਿਆਂ ਨੂੰ ਇਹ ਚਮਤਕਾਰ ਹੋਇਆ ਜੀ, ਚਮਤਕਾਰ। ਤੇ ਇੱਕ ਸਾਡੇ ਕੋਲ ਹੋਰ ਬਜ਼ੁਰਗ ਆ ਆਪਣੇ, ਉਹ ਬੈਠੇ ਆ ਸੰਤੋਖਪੁਰੇ ਤੋਂ। ਕੀ ਨਾਂ ਤੁਹਾਡਾ? ਇਹਨਾਂ ਦੇ ਦੋਹਾਂ ਅੱਖਾਂ ਦੇ ਵਿੱਚ ਹੀ ਮੋਤੀਆ, ਇੱਕ ਦਾ ਅਸੀਂ ਕਰ ਦਿੱਤਾ, ਇੱਕ ਦਾ ਅਸੀਂ ਹੋਰ ਕਰਨਾ। ਤੇ ਭਾਵੇਂ ਕਿੱਡਾ ਪਰਿਵਾਰ ਆ ਪਰ ਪਰਿਵਾਰ ਨਹੀਂ ਦੇਖਦਾ ਆਪਣੇ ਕਿਸੇ ਨੂੰ, ਕਹਿੰਦੇ ਵੀ ਖਾਦਮਾਂ ਨੂੰ ਬਾਹਰ ਦੇ ਘਾਟੇ ਦੇ ਪੈਸੇ ਹੈ ਨਹੀਂ ਕਿ ਬਾਬਾ ਸਾਰੀ ਉਮਰ ਕਮਾ ਕੇ ਲਿਆਂਦਾ। ਬਹੁਤ ਪ੍ਰਪੰਚ ਕਰ ਪਰ ਧਨ ਜਾਵੇ ਸੁਧਦਾਰਾ ਪੈਣਾ ਲਟਾਵੇ, ਮਨ ਭੂਲੇ ਕਪਟਣਾ ਕੀਜੇ ਅੰਤ ਨਵੇਰਾ ਤੇਰੇ ਜੀ ਪਹਿਲੇ। ਜੇ ਭੁਗਤਣਾ ਤੁਹਾਨੂੰ ਪੈਂਦਾ ਭਾਵੇਂ ਜਿੰਨਾ ਮਰਜ਼ੀ ਪਰਿਵਾਰ ਦਾ ਤੁਸੀਂ ਕਰੀ ਜਾਓ, ਠੀਕ ਹੈ ਨਾ। ਸਭ ਤੋਂ ਪਹਿਲਾਂ ਤੁਹਾਡਾ ਸਰੀਰ ਹੈ, ਜੇ ਤੁਹਾਡਾ ਤੰਦਰੁਸਤੀ ਹੈ ਤਾਂ ਸਾਰੇ ਤੁਹਾਨੂੰ ਪੁੱਛਣਗੇ, ਤੇ ਜੇ ਤੁਹਾਡੀ ਤੰਦਰੁਸਤੀ ਨਹੀਂ ਤੇ ਇਹਨਾਂ ਨੂੰ ਬਾਂਹ ਫੜ ਕੇ ਕੋਈ ਨਹੀਂ ਲਿਜਾਣ ਵਾਲਾ, ਠੀਕ ਹੈ ਨਾ। ਬੀਬੀ ਵਿਚਾਰੇ ਸਾਡੇ 9 ਸਾਲ 8-9 ਸਾਲ ਉਹਨਾਂ ਨੂੰ ਬਾਂਹ ਫੜ ਕੇ ਸਾਰੇ ਘੁਮਾਉਂਦੇ ਰਹੇ ਪੰਜਾਬ ਦੇ, ਜਿੰਨੇ ਹਸਪੀਟਲ ਕੋਈ ਨਹੀਂ ਛੱਡਿਆ ਉਹਨਾਂ ਨੇ। ਤੇ ਉਹ ਅੱਜ ਮਾਲਕ ਦੀ ਕਿਰਪਾ ਦੇ ਨਾਲ 9 ਸਾਲਾਂ ਬਾਅਦ ਉਹਨਾਂ ਦੇ ਅੱਖਾਂ ਦੇ ਵਿੱਚ ਰੋਸ਼ਨੀ ਆਈ ਆ, ਤੇ ਬਹੁਤ ਸਮਾਂ ਜਕਾਰਾ ਛੱਡੋ, ਮਾਲਕ ਨੇ ਕਿਰਪਾ ਕੀਤੀ ਆ 9 ਸਾਲ ਬਾਅਦ। ਧਾਗਾ ਪਿਆ ਨਾ ਜੀ, ਇਹ ਸਾਇੰਸ ਤੋਂ ਬਾਹਰ ਹੈ, ਇਹ ਸਰ ਬਾਬਾ ਜੀ ਦੀ ਅਰਦਾਸ ਔਰ ਬਾਬਾ ਜੀ ਦੀ ਕਿਰਪਾ ਹੈਗੀ ਆ। ਬੋਲੇ ਸੋ ਨਿਰਭੈ ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਕੀ ਜੈ। ਇੱਕ ਵਾਰ ਨਾ ਸਾਡੇ ਪੰਜਾਬ ਦੇ ਵਿੱਚ ਹੜ੍ਹ ਆਇਆ, ਤੁਹਾਨੂੰ ਪਤਾ ਨਾ, ਸਾਰਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਪਤਾ। 20 ਸਾਲ ਪਹਿਲਾਂ ਆਇਆ, ਮੇਰੇ ਖਿਆਲ 80 ਵਿੱਚ ਆਇਆ ਸੀ। ਤੇ ਸਾਰਿਆਂ ਦੇ ਨਾ ਮਕਾਨ ਰੁੜ ਗਏ, ਸਾਰਾ ਕੁਝ ਰੁੜ ਗਿਆ, ਕੋਈ ਘਰ ਬਚਿਆ ਨਹੀਂ, ਪਾਣੀ ਸਾਰਿਆਂ ਦੇ ਘਰਾਂ ਵਿੱਚ ਆਇਆ ਪੰਜਾਬ ਵਿੱਚ। ਤੇ ਬਾਬਾ ਜੀ ਨੇ ਇਹਨਾਂ ਨੂੰ ਬੁਲਾਇਆ, ਇਹ ਬੈਂਕ ਵਿੱਚ ਸਰਵਿਸ ਕਰਦੇ ਆਪਣੇ ਸਟੇਟ ਬੈਂਕ ਆਫ ਇੰਡੀਆ। ਇਹਨਾਂ ਨੂੰ ਕਹਿਣ ਲੱਗੇ ਮੇਰੇ ਪੈਸੇ ਦੇਖੋ ਕਿੰਨੇ ਤੁਹਾਡੇ ਅਕਾਊਂਟ ਵਿੱਚ ਪੈਸੇ ਦੇਖ ਕੇ ਆਓ। ਤੇ ਉਸ ਵੇਲੇ ਫਿਰ 32,000 ਰੁਪਇਆ ਸੀ ਬਾਬਾ ਜੀ, 35,000 ਰੁਪਇਆ ਸੀ ਬਾਬਾ ਜੀ ਦੇ ਅਕਾਊਂਟ ਵਿੱਚ। ਤੇ ਇਹਨਾਂ ਨੂੰ ਕਹਿਣ ਲੱਗੇ ਵੀ ਇਦਾਂ ਕਰੋ, ਹੁਣ ਤੁਸੀਂ ਅੰਮ੍ਰਿਤਸਰ ਜਾਓ, ਉੱਥੋਂ ਕੰਬਲ ਲੈ ਕੇ ਆਓ, ਇੱਕ ਟਰੱਕ ਕੰਬਲਾਂ ਦਾ ਮੰਗਾ ਕੇ ਨਾ। ਤੇ ਉਹ ਕਹਿੰਦੇ ਵੀ ਹੁਣ ਇੱਥੇ ਖੜੇ ਕਰ ਦਿਓ, ਫਿਰ ਸਾਡਾ ਗੱਲ ਕਰਨੀ ਆ। ਤੇ ਇਹਨਾਂ ਨੂੰ ਕਹਿੰਦੇ ਭੱਟੀ ਸਾਹਿਬ ਇਹ ਪੈਸੇ ਕਿੱਦਾਂ ਇਕੱਠੇ ਹੋਏ ਇੰਨੇ ਆਪਣੇ ਕੋਲ? ਬਾਬਾ ਜੀ ਸਾਡੇ ਵੱਡੇ ਜਿਨ੍ਹਾਂ ਦੇ ਨਾਂ ਤੇ ਹਸਪਤਾਲ ਆ ਨਾ, ਉਹ ਕਹਿੰਦੇ ਭੱਟੀ ਸਾਹਿਬ ਇਹ ਆਪਣੇ ਪੈਸੇ ਜਿਹੜੇ ਇਹ ਕਿੱਦਾਂ ਇਕੱਠੇ ਹੋਏ? ਆਪਣੇ 32-34,000 ਰੁਪਇਆ 35,000 ਰੁਪਇਆ ਕਿੱਦਾਂ ਇਕੱਠਾ ਹੋ ਗਿਆ? ਤੇ ਅਸੀਂ ਤਾਂ ਚੁੱਪ ਕੀਤੇ ਸੀ ਵੀ ਬਾਬਾ ਜੀ ਨੇ ਆਪੇ ਜਮ੍ਹਾਂ ਕਰਾਏ, ਇਹਨਾਂ ਨੂੰ ਪਤਾ ਹੀ ਕਿੱਦਾਂ ਹੋਇਆ, ਅਸੀਂ ਤਾਂ ਉਸ ਹਿਸਾਬ ਨਾਲ ਦੇਖਦੇ ਸੀਗੇ। ਉਹ ਕਹਿੰਦੇ ਨਹੀਂ, ਇਹ ਜਿਹੜਾ 34-35,000 ਰੁਪਇਆ ਇਕੱਠਾ ਹੋਇਆ ਨਾ ਸੰਜਮ ਦੇ ਨਾਲ ਹੋਇਆ। ਸੰਜਮ ਦਾ ਮਤਲਬ ਜਿੱਥੇ ਜ਼ਿਆਦਾ ਲੋਕੀ ਨਾ ਖਰਚਾ ਕਰ ਦਿੰਦੇ ਆ, ਉਹ ਬੰਦ ਕਰਕੇ ਆਪਣੇ ਖਰਚੇ ਬੰਦ ਕਰਕੇ ਤੇ ਇੱਥੇ ਪੈਸੇ ਜਮ੍ਹਾਂ ਹੋਏ, ਤੇ ਅੱਜ ਗਰੀਬਾਂ ਲਈ ਉਹ ਕੀ ਬਣਿਆ? ਸਹਾਰਾ ਬਣ ਗਏ। ਤੇ ਬਾਬਾ ਜੀ ਕਹਿੰਦੇ ਸੰਕੋਚ ਕਰਨਾ ਚਾਹੀਦਾ, ਜੇ ਤੁਹਾਡੇ ਕੋਲ ਪੈਸਾ ਹੈ ਨਾ ਤਾਂ ਉੱਥੇ ਹੀ ਖਰਚੋ ਜਿੱਥੇ ਜ਼ਰੂਰਤ ਹੈ, ਤੇ ਤਾਂ ਤੁਸੀਂ ਇਕੱਠਾ ਕਰ ਸਕਦੇ ਆ। ਜੇ ਤੁਸੀਂ ਤੁਹਾਡੇ ਘਰ ਗਰੀਬੀ ਹੈ ਨਾ, ਤੇ ਗਰੀਬੀ ਦੇ ਟਾਈਮ ਤੇ ਆਪਣੀ ਜਿਹੜੀ ਖਾਸ਼ ਹੈ ਨਾ, ਹੈਲੋ, ਹਾਂ, ਬਾਬਾ ਜੀ ਕਹਿੰਦੇ ਜਦੋਂ ਨਾ ਗਰੀਬੀ ਤਾਂ ਦੂਰ ਹੁੰਦੀ ਆ ਜੇ ਤੁਸੀਂ ਆਪਣੀ ਇੱਛਾ ਨੂੰ ਘਟਾ ਦਿਓ। ਜੇ 2 ਰੋਟੀਆਂ ਖਾਂਦੇ ਨਾ 1 ਖਾਓ, ਜੇ 4 ਵਾਰੀ ਚਾਹ ਪੀਂਦੇ 2 ਵਾਰੀ ਚਾਹ ਪੀਓ, ਤੇ ਫਿਰ ਤੁਹਾਡੀ ਗਰੀਬੀ ਦੂਰ ਹੋਊਗੀ। ਜੇ ਕਹੂੰਗਾ ਤਾਂ 5 ਵਾਰੀ ਗਰੀਬੀ ਹੈ ਕਿ 10 ਵਾਰੀ ਚਾਹ ਪੀਣੀ ਆ, 10 ਰੋਟੀਆਂ ਖਾਣੀਆਂ। ਬਾਬਾ ਜੀ ਕਹਿੰਦੇ ਜੇ 1 ਸੂਟ ਹੈ ਨਾ 2 ਸੂਟ ਹੈ ਕਿ ਧੋ ਕੇ ਰੱਖ ਲਓ, ਦੂਜਾ ਨਾ ਤੀਜਾ ਨਾ ਬਣਾਓ, ਤੇ ਫਿਰ ਤੁਹਾਡੀ ਗਰੀਬੀ ਦੂਰ ਹੋਊਗੀ। ਇਸ ਕਰਕੇ ਸੰਜਮ ਦੇ ਨਾਲ ਸਾਰਾ ਕੁਝ ਹੁੰਦਾ। ਉਹ ਕਦੋਂ ਹੋਊਗਾ? ਜਦੋਂ ਆਪਾਂ ਹੀ ਸਾਰਿਆਂ ਨੇ ਕਰਨਾ, ਕਿਸੇ ਸਾਨੂੰ ਨਹੀਂ ਦੱਸਣਾ, ਠੀਕ ਹੈ ਨਾ। ਤੇ ਆਪਣੀ ਇੱਛਾ, ਆਪਣਾ ਸੰਕੋਚ ਕਰਕੇ ਸਾਰਾ ਕੰਮ ਵਧੀਆ ਤਰੀਕੇ ਨਾਲ ਕਰੋ, ਤੇ ਆਪਣੇ ਸਰੀਰ ਦੀ ਚੰਗੀ ਤਰ੍ਹਾਂ ਦੇਖਭਾਲ ਕਰੋ। तो ਹੁਣ मैं डॉक्टर साहब ਨੂੰ ਬੇਨਤੀ ਪਰਮ ਸਤਿਕਾਰਯੋਗ ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ, ਜਿਨ੍ਹਾਂ ਦੀ ਸਰਪ੍ਰਸਤੀ ਥੱਲੇ ਏਡਾ ਬੜਾ ਕੈਂਪ ਲਾਇਆ ਗਿਆ ਔਰ ਤੁਹਾਡੇ ਸਾਰਿਆਂ ਦੀ ਅੱਖਾਂ ਬਣਾਈਆਂ ਗਈਆਂ। ਅੱਜ ਜੋ ਹੋਇਆ ਇਹ ਦੇਖ ਕੇ ਸਾਡੀ ਸਾਇੰਸ ਤੇ ਬਾਹਰ ਹੈ। ਸਾਡੀ ਜਿਹੜੀ ਸਾਇੰਸ ਹੈ ਉਹ ਇਹ ਕਹਿੰਦੀ ਹੈ ਵੀ 40 ਦਿਨਾਂ ਬਾਅਦ ਸੂਈ ਵੀ ਧਾਗਾ ਪੈਂਦਾ ਹੈ, ਪਰ ਅੱਜ ਜੋ ਹੋਇਆ ਮੈਂ ਆਪ हैरान है। ਇਹ ਗੱਲ ਸਾਡੀ ਸਾਇੰਸ ਦੇ ਬਾਹਰ ਹੈ। ਕਿਉਂ ਬਾਹਰ ਹੈ? ਕਿਉਂਕਿ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ, ਜਿਨ੍ਹਾਂ ਦੇ ਸਿਰ ਉੱਤੇ ਬਾਬਾ ਜੀ ਦਾ ਹੱਥ ਹੋਏ
ਤੇ ਉਹਨਾਂ ਦਾ ਕਿਉਂ ਨਹੀਂ ਇਹ ਹੋਏ? ਤੁਸੀਂ ਆਪ ਦੇਖੋ, ਅਸੀਂ ਸਾਇੰਸ ਵਿੱਚ ਅਸੀਂ ਅੱਜ ਤੱਕ ਮੇਰੇ ਹਿਸਾਬ ਨਾਲ ਮੈਂ ਲੱਖਾਂ ਹੀ ਆਪਰੇਸ਼ਨ ਕਰਾਏ ਹੈ ਤੇ ਬੜਾ ਇਹ ਕੀਤਾ ਹੈ, ਪਰ ਜੋ ਚਮਤਕਾਰ ਅੱਜ ਮੈਂ ਦੇਖਿਆ ਇਹ ਬਾਬਾ ਜੀ ਕਰ ਸਕਦੇ ਆ। ਇਹ ਉਹ ਪੜ੍ਹਾਈ ਹੈ ਜੋ ਸਾਰੀਆਂ ਪੜ੍ਹਾਈਆਂ ਦੇ ਉੱਪਰ, ਇਹ ਉਹ ਪੜ੍ਹਾਈ ਹੈ ਜੋ ਕੋਈ ਨਹੀਂ ਕਰ ਸਕਦਾ। ਇਹ ਬੜੀ ਮਿਹਨਤ ਦੀ ਪੜ੍ਹਾਈ ਹੈ। ਮੈਨੂੰ ਅੱਜ ਯਾਦ ਆਉਂਦੀ ਹੈ, ਉਹ ਕਹਿ ਰਹੇ ਸੀ ਉਸ ਦਿਨ ਜਿਹੜੇ ਕਿਤੇ ਆਏ ਸੀ ਗੁਰਦੁਆਰਾ ਸਾਹਿਬ ਤੋਂ, ਉਹ ਅੰਮ੍ਰਿਤਸਰੋਂ ਆਏ ਸੀਗੇ, ਹਾਂ, ਜੋ ਕਹਿੰਦੇ ਸੀ ਕਿ ਗੂੰਗੇ ਔਰ ਬੋੜੇ ਵੀ ਬੋਲ ਪਏ ਸੀ ਜਦੋਂ ਉਹਦੇ ਸਿਰ ਤੇ ਬਾਬਾ ਜੀ ਨੇ ਹੱਥ ਰੱਖਿਆ ਦਮਦਮੀ ਟਕਸਾਲ ਵਾਲੇ। ਤੇ ਇਹ ਚੀਜ਼ਾਂ ਜਿਹੜੇ ਚਮਤਕਾਰ ਹੈ ਨਾ, ਇਹ ਜਿਹੜੀ ਚੀਜ਼ਾਂ ਹੈ ਇਹ ਬਾਬਾ ਜੀ ਕਰ ਸਕਦੇ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਾਂਗਾ ਕਿ ਆਪਾਂ ਵੀ ਗੁਰੂਆਂ ਦੇ ਚਰਨਾਂ ਨਾਲ ਲੱਗੋ, ਆਪਣੇ ਬੱਚਿਆਂ ਨੂੰ ਲਾਓ, ਉਹਨਾਂ ਨੂੰ ਆਦਤ ਪਾਓ ਗੁਰੂ ਘਰ ਜਾਣ ਦੀ, ਉਹਨਾਂ ਨੂੰ ਗੁਰੂਆਂ ਨਾਲ ਜੋੜੋ ਔਰ ਜਿਹੜੀ ਅੱਛੀ ਚੀਜ਼ ਹੈ ਉਹ ਸਿੱਖਣਗੇ। ਤੁਹਾਡੇ ਬੱਚੇ ਗੁਰੂ ਘਰ ਨਾਲ ਜੁੜਨਗੇ, ਅੱਛੀ ਜਗ੍ਹਾ ਜੁੜਨਗੇ ਤੇ ਉਹ ਨਸ਼ਿਆਂ ਤੇ ਰਹਿਤ ਰਹਿਣਗੇ ਔਰ ਸਾਰਾ ਹੀ ਕੰਮ ਉਹਨਾਂ ਦਾ ਸੰਪੂਰਨ ਹੋਏਗਾ। ਜਿਨ੍ਹਾਂ ਪਰਿਵਾਰਾਂ ਦੇ ਬੱਚੇ ਨਸ਼ਿਆਂ ਤੇ ਰਹਿਤ ਹੈ ਉਹ ਪਰਿਵਾਰ ਸੁਖੀ ਹੋ ਜਾਂਦੇ ਆ, ਜਿਹੜੇ ਨਸ਼ਿਆਂ ਵਿੱਚ ਹੈ ਉਹ ਦੁਖੀ ਰਹਿੰਦੇ ਆ। ਇਸ ਲਈ ਅੱਜ ਇਹ ਪ੍ਰਣ ਕਰੋ ਕਿ ਅਸੀਂ ਵੀ ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਾਂਗੇ ਔਰ ਜੋੜੋ, ਸਿਮਰਨ ਕਰੋ। ਇਹ ਹਸਪੀਟਲ ਤੁਹਾਡਾ ਹੈ, ਤੁਹਾਡੇ ਸਾਰਿਆਂ ਦੀਆਂ ਅੱਖਾਂ ਬਹੁਤ ਵਧੀਆ ਬਣੀਆਂ, ਇਹ ਬਹੁਤ ਬੜਾ ਕੁੰਭ ਹੈ। ਅੱਜ ਕਿੰਨੇ ਦਿਨ ਹੋ ਗਏ, ਅੱਜ ਵੀ ਮਰੀਜ਼ ਆਏ ਆ, ਪਰ ਬਾਬਾ ਜੀ ਕਹਿੰਦੇ ਆ ਕੋਈ ਨਿਰਾਸ਼ ਨਹੀਂ ਜਾਣਾ ਚਾਹੀਦਾ। ਤੇ ਮੈਂ ਤੁਹਾਨੂੰ ਇਹ ਬੇਨਤੀ ਕਰਾਂਗਾ ਵੀ ਇੱਕ ਤਾਂ ਜਿਨ੍ਹਾਂ ਖਜ਼ਾਨਿਆਂ ਤੋਂ ਮਾਇਆ ਆਈ ਹੈ, ਬੇਗਲ ਪਰਿਵਾਰ, ਸੁੱਚਾ ਸਿੰਘ ਬੇਗਲ ਜੀ, ਅਮਰ ਕੌਰ, ਪ੍ਰਕਾਸ਼ ਕੌਰ, ਡਾਕਟਰ ਸੋਲ, ਜਿਨ੍ਹਾਂ ਖਜ਼ਾਨਿਆਂ ਦੇ ਮਾਇਆ ਆਈ ਹੈ ਉਹਨਾਂ ਲਈ ਘਰ ਜਾ ਕੇ ਅਰਦਾਸ ਕਰਿਓ ਕਿ ਪਰਮਾਤਮਾ ਉਹਨਾਂ ਨੂੰ ਬਹੁਤਾ ਦੇਵੇ, ਉਹਨਾਂ ਦੇ ਖਜ਼ਾਨੇ ਭਰਪੂਰ ਰਹਿਣ ਤਾਂ ਕਿ ਹਰ ਸਾਲ ਤੁਹਾਡੀਆਂ ਸੇਵਾ ਵਿੱਚ ਹਾਜ਼ਰ ਰਹਿਣ। ਔਰ ਜਿਨ੍ਹਾਂ ਨੇ ਹੱਥੀ ਸੇਵਾ ਕੀਤੀ ਹੈ, ਜਿਨ੍ਹਾਂ ਨੇ ਹੱਥੀ ਲੰਗਰ ਵਰਤਾਇਆ ਹੈ, ਜਿਨ੍ਹਾਂ ਨੇ ਹੱਥੀ ਸੇਵਾ ਕੀਤੀ ਹੈ, ਉਹਨਾਂ ਲਈ ਵੀ ਅਰਦਾਸ ਕਰਿਓ ਕਿ ਉਹ ਵੀ ਪਰਮਾਤਮਾ ਉਹਨਾਂ ਨੂੰ ਸੁਖ ਸ਼ਾਂਤੀ ਦੇਵੇ, ਹਰ ਚੀਜ਼ ਦੇਵੇ। ਤੇ ਇਸ ਕਰਕੇ ਇਹ ਬਾਬਾ ਜੀ ਤੁਸੀਂ ਜੋ ਹੈ ਨਾ, ਇਹ ਬਾਬਾ ਜੀ ਦਾ ਪਰਿਵਾਰ ਹੈ। ਬਾਬਾ ਜੀ ਕਹਿੰਦੇ ਸਾਰਾ ਮੇਰਾ ਹੀ ਪਰਿਵਾਰ ਹੈ, ਠੀਕ ਹੈ ਨਾ। ਇਸ ਲਈ ਹਰ ਬੰਦਾ ਆਪਣਾ ਕਰਦਾ ਹੈ, ਲੇਕਿਨ ਜਿਹੜਾ ਦੂਜੇ ਲਈ ਸੋਚਦਾ ਹੈ ਨਾ, ਉਹ ਬਹੁਤ ਘੱਟ ਲੋਕੀ ਹੁੰਦੇ। ਇਸ ਕਰਕੇ ਘਰ ਜਾ ਕੇ ਅਰਦਾਸ ਕਰਿਓ। ਜਿੱਦਾਂ ਮੈਡਮ ਸੰਤੋਸ਼ ਹੈ, ਦੇਖੋ ਕਿਤਨੀ ਦੇਰ ਤੇ ਤੁਹਾਡੀ ਸੇਵਾ ਵਿੱਚ ਲੱਗੇ ਆ। ਭੱਟੀ ਸਾਹਿਬ ਰਿਟਾਇਰ ਹੋਏ ਆ, ਰਿਟਾਇਰਮੈਂਟ ਦੇ ਬਾਅਦ ਇਹਨਾਂ ਨੇ ਬੜੀ ਵੱਡੀ ਸੇਵਾ ਲੈ ਲਈ, ਉਹ ਕਹਿੰਦੇ ਮੈਂ ਵੀ ਸੇਵਾ ਕਰਨੀ। ਤੇ ਇਸ ਕਰਕੇ ਆਪਾਂ ਸਾਰੇ ਆਪਣੇ ਬੱਚਿਆਂ ਨੂੰ ਵੀ ਆਦਤ ਪਾਈਏ, ਗੁਰੂ ਘਰ ਜਾਏ ਔਰ ਸੇਵਾ ਕਰਨ, ਜਿਹਦੇ ਤੇ ਸਾਡਾ ਸਮਾਜ ਨਰੋਆ ਹੋਵੇ, ਨਸ਼ਿਆਂ ਤੇ ਰਹਿਤ ਰਹਿਣ। ਜੇ ਤੁਸੀਂ ਸਰਕਾਰਾਂ ਦੇ ਸੋਚੋਗੇ ਨਾ, ਸਰਕਾਰਾਂ ਨੇ ਨਹੀਂ ਕੁਝ ਵੀ ਕਰਨਾ, ਨਾ ਤੁਹਾਡੇ ਬੱਚਿਆਂ ਨੂੰ ਰੋਕਣਾ ਨਹੀਂ ਤੁਸੀਂ ਸ਼ਰਾਬ ਨਾ ਪੀਓ, ਉਹਨਾਂ ਨੇ ਕਹਿਣਾ ਹੋਰ ਪੀਓ, ਜ਼ਿਆਦਾ ਵਿਕਰੀ ਹੋਊਗੀ, ਜ਼ਿਆਦਾ ਪੈਸੇ ਆਣਗੇ। ਤੁਸੀਂ ਲਾਕਡਾਊਨ ਦੇ ਵਿੱਚ ਦੇਖਿਆ ਹੀ ਹੈ, ਸਾਰਾ ਬੰਦ, ਹਰ ਗੁਰੂ ਘਰ ਬੰਦ, ਮੰਦਰ ਬੰਦ, ਮਸਜਿਦਾਂ ਬੰਦ, ਰੇਲਾਂ ਬੰਦ, ਟ੍ਰੇਨਾਂ ਬੰਦ, ਸਭ ਕੁਝ ਬੰਦ, ਸਕੂਲ ਬੰਦ। ਜਿਹੜੀ ਅਹਿਮ ਚੀਜ਼ ਹੈ ਉਹ ਹੈ ਸਾਡੇ ਸਕੂਲ ਸਿੱਖਿਆ ਪ੍ਰਣਾਲੀ ਬੰਦ। ਪਰ ਕੀ ਖੋਲੋ, ਬੋਲੋ ਜ਼ੋਰ ਦੀ, ਕੀ ਖੋਲੋ? ਉਹਨਾਂ ਨੇ ਕਿਹਾ ਕਿ ਠੇਕੇ ਖੋਲ ਦਿਓ, ਬਾਕੀ ਕੁਛ ਨਾ ਖੋਲੋ, ਰਾਸ਼ਨ ਦੀਆਂ ਦੁਕਾਨਾਂ ਬੰਦ ਕਰ ਦਿਓ ਜਾਏ। ਇਹ ਸਰਕਾਰਾਂ ਨੇ ਇਹ ਨਹੀਂ ਕਰਨਾ, ਇਹ ਤੁਸੀਂ ਆਪ ਕਰਨਾ। ਤੇ ਮੈਂ ਤੁਹਾਡਾ ਬਹੁਤ ਟਾਈਮ ਲਿਆ, ਤੁਹਾਡਾ ਰਿਣੀ ਹੈ, ਸਾਡੇ ਕੋਲੋਂ ਸੇਵਾ ਕਰਦੇ ਆ, ਭੁੱਲ ਹੋ ਗਈ ਹੋਏਗੀ, ਉਹਦੇ ਲਈ ਆਪਾਂ ਮਾਫੀ ਚਾਹੁੰਦੇ ਆ। ਤੁਹਾਡੇ ਕੋਲੋਂ ਕਿਸੇ ਨੇ ਪੈਸਾ ਤਾਂ ਨਹੀਂ ਲਿਆ, ਤੇ ਦਵਾਈਆਂ ਦਾ ਲਿਫਾਫਾ ਵੀ ਨਾਲ ਲਿਆਣਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੇਗਲ ਪਰਿਵਾਰ ਦਾ, ਸੋਲ ਪਰਿਵਾਰ ਦਾ, ਸੋਲ ਸਾਹਿਬ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਬਹੁਤ ਯਾਦ ਕਰਦੇ ਹਾਂ ਉਹਨਾਂ ਨੂੰ। ਇਹ ਮਹਾਮਾਰੀ ਕਰਕੇ ਉਹ ਨਹੀਂ ਆ ਪਾਏ, ਪਰ ਉਹਨਾਂ ਦੀ ਅੱਜ ਵੀ ਹਾਜ਼ਰੀ ਮੌਜੂਦ ਹੈ, ਕਿਉਂਕਿ ਤੁਸੀਂ ਮੌਜੂਦ ਹੋ, ਉਹਨਾਂ ਦੀ ਹਾਜ਼ਰੀ ਮੌਜੂਦ ਹੈ। ਜੋ ਬੋਲੇ ਸੋ ਨਿਹਾਲ। जो बोले सो निरपय। श्री गुरु रविदास महाराज की जय।
जो बोले सो रुपए। संत बाबा प्रीतम दास महाराज की जय। बहुत ही सत्कारयोग संगत, आज संत बाबा प्रीतम दास मैमोरीअल चैरिटेबल हॉस्पिटल आप पहुँच के जो सेवा बख्शिश की है, तो तुहाडा बहुत बहुत धन्यवाद। जिथे तुहाडा संगतां दा धन्यवाद, उत्थे सरदार सुच्चा सिंह जी बेगल, बीबी अमर कौर यूके का बहुत बहुत धन्यवाद। बाबा जी का धन्यवाद जिन्हों ने संत बाबा प्रीतम दास जी महाराज आशीर्वाद सदका एक कुंभ लगाया हुआ है, क्योंकि संत महापुरुष दयालु कृपालु होंदे हैं तो कृपा ही करते हैं। तो बहुत बड़ी कृपा तुहाडे ते कीती है। तो बाबा जी ने अज बीबी जी दे जो कल असी रात देख रहे सी कि चिट्टा मोतिया पूरा पुतली जिहड़ी सी चिट्टी हो चुकी सी, पत्थर बन चुकी सी, और उन्होंने कहा कि मैं सवेरे तेरे तुहाडे कोलों सूई दे विच धागा पाउणा। तो बाबा जी ने धागा पवाता हो। तो क्योंकि ਜਿਹੜੇ ਸਿਮਰਨ ਕਰਦੇ ਉਹਨਾਂ ਦੇ ਜ਼ੁਬਾਨ ਤੇ ਸਰਸੋਂ ਦੀ ਬੈਠਦੀ ਆ, ਉਹਨਾਂ ਦੀ ਜੋ ਗੱਲ ਕਹਿ ਦਿੰਦੇ ਸੱਚੀ ਹੋ ਜਾਂਦੀ ਆ। ਤੇ ਜੇ ਤੁਸੀਂ ਸਿਮਰਨ ਕਰੋਗੇ ਤੁਸੀਂ ਵੀ ਸੱਚੀਆਂ ਗੱਲਾਂ ਕਰ ਸਕਦੇ ਹੋ, ਬਸ਼ਰਤੇ ਕਿ ਆਪਾਂ ਦਿਲੋਂ ਕਰੀਏ, ਆਪਾਂ ਸੈਲਫ ਮੋਟਿਵ ਲਈ ਨਾ ਕਰੀਏ, ਮਤਲਬੀ ਹੋ ਕੇ ਨਾ ਕਰੀਏ। ਤੇ ਨਾਲ ਇਹ ਵੀ ਕਿਹਾ ਸੀ, ਤੇ ਸਾਡੇ ਕੋਲ ਹਰੀ ਰਾਮ ਜੀ ਬੈਠੇ ਨੇ ਢੱਡਿਆਂ ਤੋਂ, ਉਹਨਾਂ ਦੀਆਂ ਦੋਨੋਂ ਅੱਖਾਂ ਤੋਂ ਬਲਾਈਂਡ ਸਨ ਤੇ ਨਜ਼ਰ ਨਹੀਂ ਸੀ ਆਉਂਦਾ, ਤੇ ਉਹਨਾਂ ਦੀ ਇੱਕ ਅੱਖ ਦਾ ਆਪਰੇਸ਼ਨ ਕੀਤਾ। ਔਰ ਉਹਨਾਂ ਲਈ ਬਹੁਤ ਵੱਡੀ ਗੱਲ ਕੀਤੀ ਸੀ ਕਿ ਜੇ ਤੁਹਾਡੀ ਅੱਖ ਦਾ ਆਪਰੇਸ਼ਨ ਕਰਕੇ ਅੱਖ ਠੀਕ ਨਾ ਹੋ ਸਕੇ ਤੇ ਸਾਨੂੰ ਅੱਖ ਖਰੀਦਣੀ ਪਵੇ ਤਾਂ ਅਸੀਂ ਅੱਖ ਖਰੀਦ ਕੇ ਨਵੀਂ ਅੱਖ ਵੀ ਦੇਵਾਂਗੇ। तो दूजी अख होना सी उदे ले फटाफट कर आज ही ले डॉक्टर साहब आज आओगे ना आज दूजी च भी लैक कर देनी है। ਤੇ ਜਦੋਂ ਆਪਰੇਸ਼ਨ ਹੋਣ ਤੋਂ ਬਾਅਦ ਉਹਨਾਂ ਨੂੰ ਜਦੋਂ ਲੈ ਕੇ ਗਏ ਤਾਂ ਪਕੜ ਕੇ ਲੈ ਕੇ ਗਏ ਦੋ ਬੰਦੇ, ਲੇਕਿਨ ਜਦੋਂ ਆਪਰੇਸ਼ਨ ਥੀਏਟਰ 'ਚ ਆਏ ਤਾਂ ਆਪਣੇ ਆਪ ਤੁਰ ਕੇ ਆਏ। ਤਾਂ ਉਹ ਜਿਹੜੀ ਗੱਲ ਸੱਚ ਹੋ ਗਈ, ਕਿਉਂਕਿ ਕਿਹਾ ਸੀ ਕਿ ਨਜ਼ਰ ਆ ਜਾਏਗੀ, ਤਾਂ ਗੱਲ ਸੱਚੀ ਹੋ ਗਈ। ਤਾਂ ਬੜੀ ਖੁਸ਼ੀ ਹੋਈ ਹੈ, ਕਿਉਂਕਿ ਅੱਜ ਇਹ ਬੜੇ ਖੁਸ਼ ਹਨ ਤੇ ਮੇਰਾ ਦੇ ਮਿਸਿਸ ਬੜੇ ਖੁਸ਼ ਹਨ। ਤੇ ਹਸਪਤਾਲ ਛੱਡਿਆ ਹੀ ਨਹੀਂ ਇਹਨਾਂ ਨੂੰ ਉਦੋਂ ਦਾ, ਕਹਿੰਦੇ ਬਣਾ ਕੇ ਜਾਣਾ। ਤੇ ਕਿਤੇ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਹੋਈ, ਡਾਕਟਰ ਸਾਹਿਬ ਕਹਿੰਦੇ ਮੈਂ ਜਦ ਚੈੱਕ ਕਰਾ ਕੇ ਨਿਕਲਿਆ ਤੇ ਮੇਰੇ ਕੰਨ 'ਚ ਗਿਆ ਤਾਂ ਵੀ ਦੂਜੀ ਵੀ ਨਾਲ ਹੀ ਬਣਾ ਲੈਣੀ। ਤਾਂ ਉਹ ਫਿਰ ਜਦੋਂ ਆਪਰੇਸ਼ਨ ਥੀਏਟਰ ਨਿਕਲ ਪੁੱਛਿਆ ਕਿ ਤੁਹਾਡੀ ਨਜ਼ਰ ਠੀਕ ਆ, ਔਰ ਠੀਕ ਕਹਿੰਦੀ ਹੈ ਕਿ ਮੇਰੀ ਦੂਜੀ ਵੀ ਠੀਕ ਕਰ ਦਿਓ, ਮੈਂ ਦੂਜੀ ਵੀ ਕਰਾ ਕੇ ਜਾਣੀ। ਤਾਂ ਇਹ ਤਾਂ ਕਹਿਣਾ ਕਿ ਬਹੁਤ ਵਧੀਆ ਹੋਏ, ਨਾਲ ਹੀ ਕਹਿ ਕਿ ਮੇਰੀ ਦੂਸਰੀ ਦਾ ਵੀ ਹੁਣੇ ਨਾਲ ਹੀ ਕਰ ਦਿਓ, ਵੀ ਹੁਣੇ ਹੀ ਕਰ ਦਿਓ। ਪਰ ਉਹ ਇੱਕ ਸਿਸਟਮ ਹੁੰਦਾ ਕਿ ਇਮੀਡੀਏਟਲੀ ਦੋਨਾਂ ਅੱਖਾਂ ਦਾ ਆਪਰੇਸ਼ਨ ਨਹੀਂ ਕਰ ਸਕਦੇ। ਡਾਕਟਰਸ ਨੂੰ ਵੀ ਬੜਾ ਵੱਡਾ ਖਤਰਾ ਹੁੰਦਾ ਆ ਕਿ ਇੱਕ ਅੱਖ ਦੀ ਨਜ਼ਰ ਟਿਕ ਜਾਵੇ ਤਾਂ ਫਿਰ ਦੂਸਰੀ ਅੱਖ ਦੀ ਕਰਨਾ ਹੁੰਦਾ ਆਪਰੇਸ਼ਨ। ਤਾਂ ਅੱਜ ਮੈਨੂੰ ਲੱਗਦਾ ਡਾਕਟਰ ਸਾਹਿਬ ਸ਼ਾਇਦ ਕਿਰਪਾ ਕਰ ਰਹੇ ਨਾ, ਤੇ ਮੈਨੂੰ ਲੱਗਦਾ ਆ। ਤੇ ਇਹ ਉਸ ਦਿਨ ਦਾ ਹੀ ਹਸਪੀਟਲ 'ਚ ਸਟੇ ਕੀਤੇ, ਘਰ ਨਹੀਂ ਗਏ, ਕਹਿੰਦੇ ਕਰਾ ਕੇ ਹੀ ਜਾਣਾ। ਤੇ ਉੱਪਰ ਇਹਨਾਂ ਨੇ VIP ਕਮਰਾ ਲਿਆ, ਬੜੀ ਟੌਰ ਨਾਲ ਬੈਠੇ ਆ। ਤੇ ਬਾਬਾ ਜੀ ਨੇ ਇਹਨਾਂ ਲਈ ਕਮਰਾ ਜਿਹੜਾ VIP ਤਿਆਰ ਕੀਤਾ, ਜਿਹ 'ਚ ਨਵਾਂ ਹੀ ਬੈੱਡ, ਨਵੇਂ ਪਰਦੇ ਤੇ ਨਵੇਂ ਹੀ ਬੈੱਡ ਸ਼ੀਟਾਂ ਤੇ ਨਵੇਂ ਹੀ ਕੰਬਲ ਰੱਖੇ ਹਨ। ਤਾਂ ਬਹੁਤ ਪਿਆਰ ਨਾਲ ਰੱਖਿਆ ਹਨ, ਕਿਉਂਕਿ ਇਹ ਵੀ ਰੱਬ ਰੂਪ ਲੋਕ ਹੁੰਦੇ ਹਨ ਜਿਨ੍ਹਾਂ ਦੀ ਸੇਵਾ ਮਿਲਦੀ ਹੈ। ਤਾਂ ਤੁਸੀਂ ਸਾਰੇ ਵੀ ਰੱਬ ਰੂਪ ਹੋ ਸਾਡੇ ਲਈ, ਔਰ ਦਿਓ ਸਾਰੇ ਅਸੀਸਾਂ ਕਿ ਉਹਨਾਂ ਮਹਾਂਪੁਰਖਾਂ ਨੂੰ ਜਿਨ੍ਹਾਂ ਨੇ ਤੁਹਾਡੀ ਸੇਵਾ ਕੀਤੀ ਹੈ, ਤੁਹਾਡੀਆਂ ਨਜ਼ਰਾਂ ਲਿਆਂਦੀਆਂ। ਤੇ ਬੀਬੀ ਜੀ ਬੜੇ ਖੁਸ਼ ਨੇ ਬੈਠੇ, ਸੂਈ ਧਾਗਾ ਪਾਤਾ, ਬਾਬਾ ਜੀ ਨੂੰ ਦਿਖਾਤਾ ਪਾ ਕੇ ਉਹਨੇ। ਤੇ ਡਾਕਟਰ ਸਾਹਿਬ ਕਹਿੰਦੇ ਕਿ ਮੈਂ 20 ਦਿਨ ਤੋਂ ਬਾਅਦ ਧਾਗਾ ਪਾਉਣਾ ਸੀ, ਪਰ ਬਾਬਾ ਜੀ ਨੇ ਇਮੀਡੀਏਟਲੀ ਪਵਾਤਾ। ਤਾਂ ਬਹੁਤ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਜਿਨ੍ਹਾਂ ਦੇ ਬਾਕੀਆਂ ਦੇ ਆਪਰੇਸ਼ਨ ਹੋਏ ਆ ਤਾਂ ਉਹਨਾਂ ਦਾ ਵੀ ਬਹੁਤ ਬਹੁਤ ਮੁਬਾਰਕਾਂ। ਅੱਜ ਸਾਡੇ MLA ਨੇ ਆਉਣਾ ਸੀ ਇਸ ਹਲਕੇ ਦੇ ਨੇ, ਉਹ ਕਹਿੰਦੇ ਮੈਂ ਵੀ ਦਰਸ਼ਨ ਕਰਨੇ ਕਿ ਜਿਹਨਾਂ ਤੁਸੀਂ ਇੰਨੇ ਆਪਰੇਸ਼ਨ ਕਰ ਰਹੇ ਆ, ਕਿ ਵਾਕਈ ਇੰਨੇ ਆਪਰੇਸ਼ਨ ਰੋਜ਼ ਹੋ ਰਹੇ ਨੇ। ਅੱਜ ਦਰਸ਼ਨ ਕਰਨੇ ਸੀ MLA ਸਾਹਿਬ ਨੇ, ਪਰ ਉਹ ਅੱਜ ਕਿਸਾਨਾਂ ਦੇ ਕਰਕੇ ਭਾਰਤ ਬੰਦ ਆ, ਤਾਂ ਵਾਪਸ ਮੁੜ ਕੇ ਕਹਿੰਦੇ ਮੈਂ ਕੱਲ ਦਰਸ਼ਨ ਕਰਨੇ। ਹੁਣ ਜਿਹੜੇ ਅੱਜ ਆਪਰੇਟ ਕਰਨੇ ਤਾਂ ਉਹਨਾਂ ਨੂੰ ਕੱਲ MLA ਸਾਹਿਬ ਦੇਖਣਗੇ ਕਿ ਬਾਬਾ ਜੀ ਸੱਚੇ ਹੀ ਆਪਰੇਸ਼ਨ ਇਹਨੇ ਕਰ ਰਹੇ ਆ ਕਿ ਐਵੇਂ ਹੀ ਲੋਕਾਂ 'ਚ ਗੱਲਾਂ ਹੀ ਹੋ ਰਹੀਆਂ। ਇਹ ਵੀ ਲੋਕ ਚੈੱਕ ਕਰਦੇ ਨੇ। ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਰਦਾਰ ਸੁੱਚਾ ਸਿੰਘ ਜੀ ਦਾ ਧੰਨਵਾਦ, ਬਾਬਾ ਜੀ ਦਾ ਧੰਨਵਾਦ, ਮੀਡੀਆ ਦਾ ਧੰਨਵਾਦ ਜਿਹੜੇ ਤੁਹਾਡੀ ਸੇਵਾ ਕਰ ਰਹੇ ਹਨ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਪਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਤੁਹਾਡੇ ਵੱਲ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਅੱਖਾਂ ਗਈਆਂ ਤੇ ਜਹਾਨ ਗਿਆ ਵਾਲੀ ਕਹਾਵਤ ਜਿਹੜੀ ਬਾਬਾ ਜੀ ਨੇ ਸਿੱਧ ਕਰ ਦਿੱਤੀ ਹੈ ਕਿ ਇਸ ਕੈਂਪ ਦੇ ਵਿੱਚ ਆ ਕੇ ਤੁਸੀਂ ਵੀ ਸੇਵਾ ਕੀਤੀ ਹੈ
ਔਰ ਬਾਬਾ ਜੀ ਦੇ ਰਾਹੀਂ ਹੋਈ ਹੈ। ਔਰ ਸਭ ਤੋਂ ਵੱਧ ਜਿਹੜਾ ਉਪਰਾਲਾ ਹੈ ਬੇਗਲ ਪਰਿਵਾਰ ਦਾ ਹੈ। ਮੈਂ ਉਹਨਾਂ ਦਾ ਧੰਨਵਾਦ ਕਰਦਾ, ਬਾਬਾ ਜੀ ਦਾ ਵੀ ਧੰਨਵਾਦ ਕਰਦਾ ਕਿ ਉਹ ਤੁਹਾਨੂੰ ਗਰੀਬਾਂ ਨੂੰ ਨਵਾਜ ਰਹੇ ਹਨ। ਤੇ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਮਹਾਂਪੁਰਸ਼ਾਂ ਦਾ ਮੈਂ ਰਿਣੀ ਹਾਂ ਕਿ ਉਹ ਐਡਾ ਵੱਡਾ ਉਪਰਾਲਾ ਜਿਹੜਾ ਉਹ ਸ਼ਾਇਦ ਮੈਂ ਨਹੀਂ ਦੇਖਿਆ ਕਿ ਅੱਜ 17 ਦਿਨ ਹੋ ਗਏ ਤੇ ਐਡਾ ਵੱਡਾ ਕੁੰਭ ਜਿਹੜਾ ਚੱਲ ਰਿਹਾ। ਅਜੇ ਵੀ ਬਾਬਾ ਜੀ ਦਾ ਸਵੇਰੇ ਹੀ ਫੋਨ ਆਇਆ ਸੀ, ਰਾਤੀ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਪਰਚੀ ਕੱਟਣੀ ਬੰਦ ਨਹੀਂ ਕਰਨੀ, ਜਿਹੜੇ ਨੀਡੀ ਪਰਸਨ ਹਨ ਜਾਂ ਪੇਸ਼ੈਂਟ ਜਿਹੜੇ ਹਨ ਉਹਨਾਂ ਦੀ ਜ਼ਰੂਰ ਪਰਚੀ ਕੱਟਣੀ ਹਨ ਤੇ ਅਸੀਂ ਕੱਟੀ ਜਾ ਰਹੇ ਹਾਂ। ਤੇ ਇਹ ਸਾਰੀ ਕਿਰਪਾ ਮਹਾਂਪੁਰਸ਼ਾਂ ਦੀ ਹੈ। ਤਾਂ ਇਹ ਜਿਹੜਾ ਸਾਰਾ ਸਿਹਰਾ ਹੈ ਇਹ ਸੰਤ ਬਾਬਾ ਨਿਰਮਲ ਦਾਸ ਜੀ ਵੱਜਦਾ ਤੇ ਮੈਂ ਇਹਨਾਂ ਦਾ ਦਿਲੋਂ ਰਿਣੀ ਹਾਂ, ਦਿਲੋਂ ਸਤਿਕਾਰ ਕਰਦਾ। ਜੈ ਭੀਮ, ਜੈ ਭਾਰਤ, ਜੈ ਗੁਰਦੇਵ। ਧੰਨਵਾਦ। ਨਿਹਾਲ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ। ਬੋਲੇ ਸੋ ਨਿਰਭੈ ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਜੀ ਕੀ ਜੈ। ਪਰਮ ਸਤਿਕਾਰਯੋਗ ਗੁਰੂ ਸਾਹਿਬ ਸੰਗਤ ਜੀ, ਆਪ ਜੀ ਦੇਖ ਰਹੇ ਹੋ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਪਿੰਡ ਰਾਏਪੁਰ ਸੂਰਪੁਰ ਜਲੰਧਰ ਵਿਖੇ ਜੋ 22 ਤਰੀਕ ਤੋਂ ਸਰਦਾਰ ਸੁੱਚਾ ਸਿੰਘ ਬੇਗਲ ਪਰਿਵਾਰ ਵੱਲੋਂ ਕੈਂਪ ਲਗਾਇਆ ਸੀ। ਉਹਨਾਂ ਦੇ ਵਿੱਚ ਜਿਤਨੇ ਵੀ ਮਰੀਜ਼ ਆਏ ਆ, ਮਹਾਰਾਜ ਦੀ ਕਿਰਪਾ ਦੇ ਨਾਲ ਨੇਤਰ ਪ੍ਰਕਾਸ਼ ਕੀਆ ਗੁਰਦੇਵ, ਮਾਲਕ ਨੇ ਸਾਰਿਆਂ ਨੂੰ ਨਜ਼ਰ ਬਖਸ਼ਿਸ਼ ਕੀਤੀ ਆ। ਤੋ ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਟਾਵੋ ਪ੍ਰਭ ਸੋਗ। ਤੇ ਮਾਲਕ ਨੇ ਹੀ ਸਾਰਿਆਂ ਤੇ ਆਸ਼ੀਰਵਾਦ ਦੇ ਕੇ ਸਾਰਿਆਂ ਦੇ ਨਜ਼ਰਾਂ ਦੇ ਵਿੱਚ ਲਾਈਟ, ਆਪਾਂ ਅੱਖਾਂ ਦੇ ਵਿੱਚ ਲਾਈਟ ਲੈ ਕੇ ਮਾਲਕ ਨੇ ਸ਼ੁਭ ਆਸ਼ੀਰਵਾਦ ਪ੍ਰਦਾਨ ਕੀਤਾ। ਔਰ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਵਿਦੇਸ਼ ਦੀਆਂ ਸੰਗਤਾਂ ਜੋ ਬਾਹਰ ਬੈਠੇ ਹੀ ਪੰਜਾਬ ਦੀਆਂ ਸੰਗਤਾਂ ਦਾ ਔਰ ਇਲਾਕੇ ਦੀਆਂ ਸੰਗਤਾਂ ਦਾ ਇੰਨਾ ਫਿਕਰ ਕਰ ਰਹੇ ਆ। ਤਾਂ ਅਸੀਂ ਸਾਰੇ ਦਾਨੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਿੱਥੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਉੱਥੇ ਸਰਦਾਰ ਸੁੱਚਾ ਸਿੰਘ ਬੇਗਲ ਪਰਿਵਾਰ ਦਾ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਆ ਸਾਰੀਆਂ ਸੰਗਤਾਂ ਤੁਹਾਡੇ ਸਾਰੇ ਪਰਿਵਾਰ ਲਈ ਅਸੀਂ ਅਰਦਾਸ ਕਰਦੇ ਹਾਂ। ਗੁਰੂ ਪਾਤਸ਼ਾਹ ਕਿਰਪਾ ਕਰੇ, ਤੁਹਾਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ ਕਰੇ। ਔਰ ਸਾਰੀਆਂ ਸੰਗਤਾਂ ਇਸ ਵੇਲੇ ਮਾਲਕ ਦੀ ਕਿਰਪਾ ਦੇ ਨਾਲ ਇਸ ਕੈਂਪ ਦੇ ਵਿੱਚੋਂ ਜੋ 22 ਤਰੀਕ ਨੂੰ ਬਾਬਾ ਜੀ ਦੇ ਇਸ ਹਸਪੀਟਲ ਵਿੱਚ ਆਪਾਂ ਸੇਵਾ ਸ਼ੁਰੂ ਕੀਤੀ ਸੀ, ਅੱਜ 17ਵਾਂ ਦਿਨ ਵੀ ਜਿਨ੍ਹਾਂ ਦੇ ਟ੍ਰੀਟਮੈਂਟ ਕੀਤੇ ਗਏ ਆ, ਲੈਂਸ ਪਾਏ ਗਏ ਆ, ਉਹਨਾਂ ਨੂੰ ਅੱਜ ਛੁੱਟੀ ਮਿਲ ਰਹੀ ਆ, ਆਪਾਂ ਆਪਣੇ ਘਰਾਂ ਜਾ ਰਹੇ ਆ। ਤੋ ਮਾਲਕ ਇਹਨਾਂ ਨੂੰ ਵੀ ਆਦੀਆਂ ਉਪਾਦੀਆਂ ਵਿਆਧੀਆਂ ਤੋਂ ਬਚਾ ਕੇ ਆਪਣਾ ਸ਼ੁਭ ਆਸ਼ੀਰਵਾਦ ਪ੍ਰਦਾਨ ਕਰਨ। ਤੇ ਜਿਨ੍ਹਾਂ ਦਾਨੀ ਸੱਜਣਾ ਨੇ ਇਸ ਕੈਂਪ ਦੇ ਵਿੱਚ ਸੇਵਾ ਨਿਭਾਈ ਆ, ਉਹ ਮਾਲਕ ਉਹਨਾਂ ਦੇ ਨਾਮ ਆਪ ਜਾਣਦਾ। ਤੇ ਉਹਨਾਂ ਦੀ ਸੇਵਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਨਾ ਹਉਮੈ ਵਿੱਚੋਂ ਜਾਏ। ਤੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਹ ਸਾਰੇ ਕਾਰਜ ਹੋ ਰਹੇ ਆ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਿਦੇਸ਼ ਦੀਆਂ ਸੰਗਤਾਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕੈਂਪ ਲੱਗ ਰਹੇ ਆ, ਇਹ ਸਾਰਾ ਕਾਰਜ ਹੋ ਰਿਹਾ। ਤੇ ਅਸੀਂ ਉਹਨਾਂ ਲਈ ਵੀ ਅਰਦਾਸ ਕਰਦੇ ਹਾਂ ਜੋ ਦਿੱਲੀ ਦੇ ਵਿੱਚ ਜਿਹਨਾਂ ਧਰਨਾ ਲਾਇਆ, ਇਹ ਕਿਸਾਨ ਯੂਨੀਅਨ ਵਗੈਰਾ ਸਾਰਾ ਮਜ਼ਦੂਰ ਯੂਨੀਅਨ ਸਾਰਿਆਂ ਨੇ ਜਾ ਕੇ ਜਿਨ੍ਹਾਂ ਨੇ ਆਪਣਾ ਯੋਗਦਾਨ ਉਹਨਾਂ ਵਿੱਚ ਪਾਇਆ, ਸਾਰਿਆਂ ਦਾ ਉਹਨਾਂ ਦਾ ਹੌਸਲਾ ਬੁਲੰਦ ਕੀਤਾ। ਤੇ ਅੱਜ ਸਰਕਾਰਾਂ ਨੂੰ ਵੀ ਝੁਕਣਾ ਪੈ ਜਾਂਦਾ ਕਿਸੇ ਵੇਲੇ, ਕਈ ਵਾਰੀ ਸਰਕਾਰਾਂ ਨਹੀਂ ਝੁਕਦੀਆਂ, ਪਰ ਝੁਕਣਾ ਚਾਹੀਦਾ। ਜਦੋਂ ਪਬਲਿਕ ਮਾਰਾ ਕਹਿੰਦੇ ਫਰੀਦਾ ਖਾਲਕ ਖਲਕ ਵਿੱਚ ਖਲਕ ਵਸੇ ਰੱਬ ਮਾਹੇ, ਜਿਹੜਾ ਪਰਮਾਤਮਾ ਨਾ ਉਹ ਦੁਨੀਆ ਦੇ ਵਿੱਚ ਰਹਿੰਦਾ ਤੇ ਦੁਨੀਆ ਜਿਹੜੀ ਆ ਪਰਮਾਤਮਾ ਵਿੱਚ ਰਹਿੰਦੀ। ਫਰੀਦਾ ਖਾਲਕ ਖਲਕ ਵਿੱਚ ਖਲਕ ਵਸੇ ਰੱਬ ਮਾਹੇ, ਤੇ ਜਿਹੜੀ ਦੁਨੀਆ ਰੱਬ ਦੇ ਵਿੱਚ ਰਹਿੰਦੀ। ਤੇ ਜਿਹੜੀ ਦੁਨੀਆ ਗੱਲ ਕਹੇ ਉਹ ਮੰਨ ਲੈਣੀ ਚਾਹੀਦੀ ਆ। ਤਦੀ ਪੰਚਾਇਤਾਂ ਅਸੀਂ ਬਣਾਈ ਦੀਆਂ, ਤਦੀ ਕਿਉਂਕਿ ਪੰਚਾਇਤ ਦੀ ਗੱਲ ਮੰਨੋ, ਭਾਵੇਂ ਪਿੰਡ ਦੀ ਸਾਰੇ ਦੀ ਗੱਲ ਨਾ ਮੰਨੋ, ਲੇਕਿਨ ਪੰਚਾਇਤ ਦੀ ਗੱਲ ਮੰਨੋ। ਤੇ ਪੰਚਾਇਤ ਜਿਹੜੀ ਆ ਉਹ ਤੁਹਾਡੀ ਬਣਾਈ ਹੁੰਦੀ ਆ। ਇਸੇ ਤਰ੍ਹਾਂ ਸਰਕਾਰਾਂ ਸਾਡੀਆਂ ਬਣਾਈਆਂ ਆ। ਜੇ ਸਰਕਾਰ ਨੂੰ ਕੋਈ ਕੰਮ ਨਹੀਂ ਚੰਗਾ ਲੱਗਦਾ, ਜੇ ਪਬਲਿਕ ਨੂੰ ਕੋਈ ਕੰਮ ਨਹੀਂ ਚੰਗਾ ਲੱਗਦਾ ਤੇ ਸਰਕਾਰ ਨੂੰ ਮੰਨ ਲੈਣਾ ਚਾਹੀਦਾ, ਉਹਦੇ 'ਚ ਉਹਦਾ ਭਲਾ ਹੁੰਦਾ ਤੇ ਉਹ ਸਤਿਕਾਰ ਹੁੰਦਾ। ਕਈ ਵਾਰੀ ਜਿਹੜੇ ਬਾਦਸ਼ਾਹ ਲੋਕ ਆ ਉਹ ਪਰਜਾ ਦੇ ਰਾਜ ਕਰਦੇ ਆ, ਸਾਰੇ ਪਰਜਾ ਦੇ ਰਾਜ ਕਰਦੇ ਨੇ ਬਾਦਸ਼ਾਹ ਜਿੰਨੇ ਵੀ ਆ, ਜਿੰਨੇ ਪ੍ਰਧਾਨ ਮੰਤਰੀ ਪਰਜਾ ਦੇ ਰਾਜ ਕਰਦੇ ਆ। ਲੇਕਿਨ ਕਹਿੰਦੇ ਵੀ ਪ੍ਰਧਾਨ ਮੰਤਰੀ ਉਹੀ ਆ, ਰਾਜਾ ਉਹੀ ਆ ਜਿਹੜਾ ਪਰਜਾ ਦੇ ਦਿਲ ਤੇ ਰਾਜ ਕਰੇ। ਠੀਕ ਹੈ ਨਾ, ਜਿਹੜਾ ਦਿਲ ਤੇ ਰਾਜ ਕਰਦਾ ਉਹੀ ਕਾਮਯਾਬ ਆ। ਇਸ ਕਰਕੇ ਦਿਲ ਦੀ ਗੱਲ ਜਿਹੜੀ ਆ ਉਹ ਮਾਲਕ ਦੇ ਜੋ ਅੰਦਰੋਂ ਨਹੀਂ ਕਿਸੇ ਨੂੰ ਮਨਜ਼ੂਰ ਉਹ ਮੰਨ ਲੈਣੀ ਚਾਹੀਦੀ ਆ। ਇਸ ਕਰਕੇ ਅਸੀਂ ਉਹਨਾਂ ਸੰਗਤਾਂ ਦਾ ਵੀ ਧੰਨਵਾਦ ਕਰਦੇ ਜਿਹੜੇ ਉੱਥੇ ਜਾ ਕੇ ਸਾਡਾ ਹੀ ਖੂਨ ਆ। ਸਾਨੂੰ ਪੁੱਛਿਆ ਤੁਸੀਂ ਨਹੀਂ ਗਏ, ਮੈਂ ਕਿਹਾ ਮੈਂ ਵੀ ਆ ਤੁਹਾਡਾ ਆ ਕਿਸਾਨ ਯੂਨੀਅਨ ਵਿੱਚ ਹੀ ਬੈਠਾ ਤੇ ਇਹ ਵੀ ਕਿਸਾਨ ਯੂਨੀਅਨ ਹੀ ਆ। ਕਿਉਂਕਿ ਸੇਵਾ ਜਿਹੜੀ ਪਬਲਿਕ ਦੀ ਕਰਨੀ ਹੈ, ਜਿੱਥੇ ਕੋਈ ਜਿੱਦਾਂ ਹਰ ਇੱਕ ਕੋਈ ਆਪੋ ਆਪਣੇ ਕੰਮ ਵਿੱਚ ਲੱਗਾ ਹੋਇਆ, ਪਰ ਸੇਵਾ ਕਿਹਦੀ ਕਰ ਰਿਹਾ? ਪਬਲਿਕ ਦੀ। ਇਸ ਕਰਕੇ ਅਸੀਂ ਤੁਹਾਡੀ ਸੇਵਾ ਨਿਭਾਉਂਦੇ ਹੋਏ ਕਿਸੇ ਨੂੰ ਵੀ ਕੋਈ ਦੁੱਖ ਪਹੁੰਚਾ ਹੋਵੇ, ਪਰੇਸ਼ਾਨੀ ਹੋਈ ਹੋਵੇ ਤੇ ਅਸੀਂ ਖਿਮਾ ਦੇ ਜਾ ਚੁੱਕਿਆ। ਔਰ ਉਹਨਾਂ ਦਾਨੀ ਸੱਜਣਾਂ ਦਾ ਫਿਰ ਅਸੀਂ ਅਰਦਾਸ ਕਰਦੇ ਹਾਂ ਕਿ ਸਾਰਿਆਂ ਨੂੰ ਜਿਹੜੇ ਦਾਨੀ ਸੱਜਣਾਂ ਨੇ ਇਸ ਕੁੰਭ ਦੇ ਵਿੱਚ ਯੋਗਦਾਨ ਪਾਇਆ ਜਾਂ ਕਿ ਨਾ ਅਰਦਾਸ ਵੀ ਕੀਤੀ। ਕਈ ਵਾਰੀ ਬੰਦਾ ਮਾਇਆ ਕਰਕੇ ਨਹੀਂ, ਤੁਸੀਂ ਇੱਕ ਵਾਰੀ ਕਹਦੇ ਬਹੁਤ ਚੰਗਾ, ਉਹ ਵੀ ਤੁਹਾਡਾ ਯੋਗਦਾਨ ਹੈ।
ਤੁਹਾਡੇ ਕੋਲ ਮਾਇਆ ਨਹੀਂ ਨਾ, ਤੁਹਾਡੇ ਕੋਲ ਸਮਰੱਥਾ ਨਹੀਂ ਆ, ਤੇ ਤੁਸੀਂ ਹੱਥ ਜੋੜ ਕੇ ਕਹਿ ਦਿਓ ਜੋ ਹੋ ਰਿਹਾ ਬਹੁਤ ਚੰਗਾ ਹੋ ਰਿਹਾ। ਇਹ ਵੀ ਇੱਕ ਅਰਦਾਸ ਹੈ, ਇਹ ਵੀ ਇੱਕ ਤੁਹਾਡਾ ਯੋਗਦਾਨ ਹੈ। ਤੇ ਅੰਦਰੋਂ ਕਹਿ ਦੇਣਾ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਜਿਹੜਾ ਦਿਲੋਂ ਕੋਈ ਗੱਲ ਕਹਿ ਦਿੰਦਾ ਨਾ, ਉਹ ਸੱਚੇ ਦਰਬਾਰ ਵਿੱਚ, ਉਸ ਸਰਕਾਰ ਦੇ ਘਰ ਵਿੱਚ ਉਹ ਪਹੁੰਚ ਜਾਂਦੀ ਹੈ ਅਰਦਾਸ। ਤੇ ਤੁਸੀਂ ਇਹਨਾਂ ਲਈ ਵੀ ਅਰਦਾਸ ਕਰੋ, ਤੁਹਾਡੇ ਲਈ ਜੋ ਹੋਇਆ ਬਹੁਤ ਚੰਗਾ ਹੋਇਆ, ਤੇ ਜੋ ਤੁਸੀਂ ਕਰ ਰਹੇ ਬਹੁਤ ਚੰਗਾ ਹੋਇਆ। ਇਹ ਵੀ ਇੱਕ ਬਹੁਤ ਵੱਡੀ ਤੁਹਾਨੂੰ ਮਾਲਕ ਵੱਲੋਂ ਬਖਸ਼ਿਸ਼ ਆ, ਤੇ ਉਹ ਵੀ ਤੁਹਾਡਾ ਬਹੁਤ ਵੱਡਾ ਯੋਗਦਾਨ ਆ। ਤੇ ਅਸੀਂ ਸਾਰੇ ਹੀ ਮੀਡੀਆ ਦਾ, ਜਿੱਥੇ ਸੰਗਤਾਂ ਦਾ, ਜਿਨ੍ਹਾਂ ਨੇ ਸਾਨੂੰ ਸੇਵਾ ਦਿੱਤੀ ਔਰ ਜਿਹੜੇ ਸੇਵਾ ਕਰ ਰਹੇ ਉਹਨਾਂ ਦਾ ਧੰਨਵਾਦ ਕਰਦੇ ਹੋਏ ਅਸੀਂ ਮੀਡੀਆ ਦਾ ਧੰਨਵਾਦ ਕਰਦੇ ਹਾਂ, ਜਨਤਕ ਦੀਆਂ ਸੇਵਾ ਨਿਭਾਈ ਉਹਨਾਂ ਦਾ ਧੰਨਵਾਦ ਕਰਦੇ ਹਾਂ। ਔਰ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਵੱਲੋਂ, ਸੰਤ ਬਾਬਾ ਪ੍ਰੀਤਮ ਦਾਸ ਮੈਡੀਕਲ ਸੁਸਾਇਟੀ, ਸੰਤ ਬਾਬਾ ਵੈਲਫੇਅਰ ਸੁਸਾਇਟੀ ਔਰ ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਟਰਸਟ ਜੋ ਵਿਦੇਸ਼ਾਂ ਵਿੱਚ ਕੰਮ ਕਰ ਰਿਹਾ, ਸਾਰਿਆਂ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਖਿਮਤ ਜਾਚੀਆਂ। ਬੋਲੇ ਸੋ ਨਿਹਾਲ। ਮੇਰੇ ਪ੍ਰੀਤਮ ਪ੍ਰਾਨ ਆਧਾਰਾ, ਬਰਨ ਨਾ ਸਾਕੂ ਤੁਮਰੇ ਰੰਗਾ, बरन न सकूं तुमरे रंगा, जी प्राण सुख दाते, जी प्राण सुख दाते, जी प्राण सुख दाते। तू जानत मैं किछ नहीं, तू जानत मैं किछ नहीं, अब खंडन राम पाव खंडन राम पाव खंडन राम। तू जानत मैं किछ नहीं, पाव खंडन राम। तू जानत मैं किछ नहीं, पाव खंडन राम पाव खंडन राम। सगल जी सरनागते, प्रभ पूरन का। सगल जी सरनागते, प्रभ पूरन का। तू जानत मैं किछ नहीं, पाव खंड
सबको हंसे ऐसी दशा हमारी। अष्ट दशा सिद्ध कर तले अष्ट दशा सिद्ध कर तले सब कृपा। ਸਾਹਿਬ ਅੱਜ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਸੰਗਤ ਦੀ ਕਿਰਪਾ ਮਾਲਕ ਦੀ ਕਿਰਪਾ ਦੇ ਨਾਲ ਅੱਜ 17ਵਾਂ ਦਿਨ 17ਵੇਂ ਦਿਨ ਜੋ ਅੱਜ ਲੈਂਜ ਪੈਣ ਜਾ ਰਹੇ ਆ, ਸਰਜਰੀ ਹੋ ਰਹੀ ਆ। ਅੱਜ ਉਮੀਦ ਹੈ ਮਾਲਕ ਕਿਰਪਾ ਕਰੂਗਾ ਤੇ ਅਸੀਂ ਅਰਦਾਸ ਕਰਾਂਗੇ ਸੰਪੂਰਨਤਾ ਦੀ। ਤੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਵੀ ਇੱਥੇ ਬੈਠੇ ਅਰਦਾਸ ਕਰਿਓ। ਡਾਕਟਰ ਸਾਹਿਬ ਹਮੇਸ਼ਾ ਇਹਨਾਂ ਦੇ ਹੱਥਾਂ ਤੇ ਇਸ ਤਰ੍ਹਾਂ ਹੀ ਕਰਾਮਾਤ ਰਹੇ ਜਿਨ੍ਹਾਂ ਨੂੰ ਨੇਤਰ ਪ੍ਰਕਾਸ਼ ਕਿਹਾ ਗੁਰਦੇਵ, ਇਹਨਾਂ ਦੇ ਕਰ ਕਮਲਾਂ ਦੁਆਰਾ ਸਾਰਿਆਂ ਦਾ ਨੇਤਰ ਪ੍ਰਕਾਸ਼ ਹੋਇਆ ਔਰ ਦੁਨੀਆ ਭਰ ਦੇ ਵਿੱਚ ਮਾਲਕ ਦੀ ਕਿਰਪਾ ਦੇ ਨਾਲ ਇਹਨਾਂ ਦਾ ਨਾਮ ਰੌਸ਼ਨ ਹੋਇਆ। ਤੇ ਅੱਜ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਜਿਤਨੀ ਵੀ ਸਾਡੇ ਕੋਲ ਕੰਮ ਕਰ ਰਹੇ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਵਿੱਚ ਔਰ ਡਾਕਟਰ ਮਨਦੀਪ ਸੂਦ ਜੀ ਤੇ ਉਹਨਾਂ ਦਾ ਮੇਰਾ ਨਾਮ ਅਮਨ ਔਜਲਾ ਜੀ ਤੇ ਸਾਰੀ ਟੀਮ ਨੇ ਬਹੁਤ ਵਧੀਆ ਤਰੀਕੇ ਨਾਲ ਕਾਰਜ ਕੀਤੇ ਆ ਤੇ ਸਾਰੀਆਂ ਸੰਗਤਾਂ ਖੁਸ਼ ਗਈਆਂ। ਕਿਸੇ ਵੱਲੋਂ ਕੋਈ ਵੀ ਸ਼ਿਕਾਇਤ ਨਹੀਂ ਆਈ ਤੇ ਅਸੀਂ ਡਾਕਟਰ ਸਾਹਿਬ ਨੂੰ ਗੁਪਤਾ ਜੀ ਨੂੰ ਬੇਨਤੀ ਕਰਾਂਗੇ ਵੀ ਤੁਹਾਡਾ ਵੀ ਧੰਨਵਾਦ ਕਰਨ ਤੇ ਨਾਲੇ ਅੱਜ ਦਾ ਫਿਰ ਕਰਕੇ ਤਾਂ ਆਪਾਂ ਦੂਸਰਾ ਕੈਂਪ ਜਿਹੜਾ ਉਹ ਲਗਾਵਾਂਗੇ ਨਕੋਦਰ ਲਗਾਵਾਂਗੇ। ਉਹਦੀ ਵੀ ਪਰਮਿਸ਼ਨ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਲੈ ਕੇ ਦਿਓ ਤੇ ਜਦੋਂ ਇਹ ਸਾਨੂੰ ਪਰਮਿਸ਼ਨ ਲੈ ਦੇਣਗੇ ਤੇ ਫਿਰ ਖੁਦ ਆ ਕੇ ਸਾਰਾ ਕੁਝ ਕਰਾਇਓ, ਠੀਕ ਆ। ਤੇ ਉਹ ਡਾਕਟਰ ਸਾਹਿਬ ਤੁਸੀਂ ਦੱਸੋ ਵੀ ਉੱਥੇ ਆਪਾਂ ਜਦੋਂ ਨਕੋਦਰ ਲਾਉਣਾ ਤੇ ਵਿਗਰ ਸਾਹਿਬ ਨੂੰ ਦੱਸੋ ਵੀ ਆਪਾਂ ਉਹ ਪਰਮਿਸ਼ਨ ਲੈ ਕੇ ਤੁਹਾਨੂੰ ਦੱਸਾਂਗੇ। ਆਪਣਾ ਫਰਵਰੀ ਵਿੱਚ ਲੱਗਣੀ ਆ, ਫਰਵਰੀ ਦੇ ਐਂਡ ਵਿੱਚ ਮਾਰਚ ਦੇ ਪਹਿਲੇ ਹਫ਼ਤੇ। ਠੀਕ ਹੈ, ਕਿਰਪਾ ਕਰਕੇ ਦੱਸੋ ਉਹਨਾਂ ਨੂੰ। ਪਰਮ ਸਤਿਕਾਰਯੋਗ ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ ਬੇਗਲ ਸਾਹਿਬ, ਸਾਡੀ ਪੜ੍ਹਾਈਆਂ ਅੱਜ ਜ਼ੀਰੋ ਹੋ ਗਈ ਬਾਬਾ ਜੀ ਦੇ ਅੱਗੇ। ਸਾਡਾ ਜਿੰਨਾ ਵੀ ਅੱਜ ਤੱਕ ਪੜ੍ਹਿਆ ਲਿਖਿਆ ਜੋ ਪੜ੍ਹਾਈ ਇਹਨਾਂ ਨੇ ਕੀਤੀ ਹੈ ਉਹਦੇ ਅੱਗੇ ਸਾਡੀ ਪੜ੍ਹਾਈ ਜ਼ੀਰੋ ਹੋ ਗਈ ਹੈ। ਕਿਉਂ ਜ਼ੀਰੋ ਹੋ ਗਈ ਹੈ ਕਿ ਅੱਜ ਇਹਨਾਂ ਨੇ ਜਿਹੜਾ ਮਰੀਜ਼ ਥੀਏਟਰ ਤੇ ਨਿਕਲਣ ਤੇ ਬਾਅਦ ਅੱਜ ਪੱਟੀ ਖੋਲੀ ਉਹਦੇ ਕੋਲੋਂ ਸੂਈ ਵੀ ਧਾਗਾ ਪਵਾ ਦਿੱਤਾ। ਮੈਂ ਕਹਿੰਦਾ ਰਿਹਾ, ਮੈਂ ਕਿਹਾ ਬਾਬਾ ਜੀ ਨਹੀਂ ਹੋਣਾ। ਉਹ ਕਹਿੰਦਾ ਚੁੱਪ ਕਰ, ਕਿਉਂ ਨਹੀਂ ਹੋਣਾ। ਤੇ ਉਹ ਪੜ੍ਹਾਈਆਂ ਸਾਰੀਆਂ ਅੱਜ ਇੱਕ ਬੜਾ ਚਮਤਕਾਰ ਹੋਇਆ ਔਰ ਇਹਨੂੰ ਚਮਤਕਾਰ ਹੀ ਕਹਾਂਗੇ। ਤੁਸੀਂ ਕਦੋਂ ਪਵਾਉਣਾ ਸੀ ਧਾਗਾ? ਫਿਰ ਤੁਸੀਂ ਦੱਸੋ ਕਦੋਂ ਧਾਗਾ ਪਵਾਉਣਾ? ਅਸੀਂ ਕਿਹਾ ਸੀ ਵੀ 15-20 ਦਿਨਾਂ ਬਾਅਦ ਦੇਖਾਂਗੇ, ਨਹੀਂ ਤਾਂ ਜਿਸ ਦਿਨ ਫੋਲੋ ਅਪ ਤੇ ਆਵਾਂਗੇ ਉਸ ਦਿਨ ਜ਼ਰੂਰ ਪਵਾਵਾਂਗੇ। ਪਰ ਬਾਬਾ ਜੀ ਦੇ ਹੁਕਮ ਅਨੁਸਾਰ ਅੱਜ ਜਿਹੜੀ ਸੂਈ ਸੀਗੀ ਨਾ ਉਹਦੇ ਵਿੱਚ ਚੰਗਾ ਭਲਾ ਬੰਦਾ ਵੀ ਨਹੀਂ ਧਾਗਾ ਪਾ ਸਕਦਾ। ਬੇਗਲ ਸਾਹਿਬ ਇਸ ਲਈ ਇਸ ਕੈਂਪ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਬਾਬਾ ਜੀ ਨੂੰ ਬਹੁਤ ਬਹੁਤ ਵਧਾਈ ਵੀ ਐਸੇ ਚਮਤਕਾਰ ਮਹਾਂਪੁਰਸ਼ੀ ਕਰ ਸਕਦੇ ਆ। 9 ਸਾਲ ਬਾਅਦ ਜਿਹੜੀ 9 ਸਾਲ ਬਾਅਦ ਵਿਚਾਰੇ ਨੂੰ ਨਿਗਾਹ ਆਈ ਉਹਦੇ ਉਹ ਵੀ ਆ। ਜਿਹੜੀ ਬੀਬੀ ਨੇ 9 ਸਾਲ ਤੱਕ ਬਿਲਕੁਲ ਨਹੀਂ ਕੁਝ ਦੇਖਿਆ, ਅੱਜ ਉਹਦੇ ਕੋਲੋਂ ਸੂਈ ਵੀ ਧਾਗਾ ਪਵਾਇਆ। ਇਸ ਲਈ ਮੈਂ ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਔਰ ਬਾਬਾ ਜੀ ਨੂੰ ਇਸ ਕੈਂਪ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ। ਅੱਜ ਵੀ ਬਾਬਾ ਜੀ ਕਹਿੰਦੇ ਸੀ ਅੱਗੇ ਰੱਖ ਲਈਏ, ਮੈਂ ਕਿਹਾ ਹੁਣ ਚੱਕਾਂ ਵੀ ਕਰਨੇ ਕੁਛ ਉੱਥੇ ਲਈ ਵੀ ਰਹਿਣ ਦਈਏ। ਇਹ ਨਾ ਸਾਰੇ ਇੱਥੇ ਕਰ ਦਈਏ ਫਿਰ ਚੱਕਾਂ ਕੀ ਕਰਾਂਗੇ। ਇਸ ਕਰਕੇ ਬੇਗਮ ਸਾਹਿਬ ਮੇਰੀ ਬੇਨਤੀ ਹੈ, ਅਸੀਂ ਤੁਹਾਨੂੰ ਸਾਰਿਆਂ ਨੂੰ ਅਮਰਜੀਤ ਕੌਰ, ਪ੍ਰਕਾਸ਼ ਕੌਰ, ਸੋਹਲ ਸਾਹਿਬ ਔਰ ਸਾਰੇ ਜਿੰਨੇ NRI ਵੀ ਹੈ ਵੀਰ ਹੈਗੇ, ਤੁਹਾਨੂੰ ਅਸੀਂ ਦਿਲੋਂ ਯਾਦ ਕਰਦੇ ਹਾਂ। ਤੇ ਇਸ ਕਰਕੇ ਤੁਸੀਂ ਅਗਲੇ ਕੈਂਪ ਤੇ ਆਪ ਆਓ ਤੇ ਸਾਰਾ ਕਾਰਜ ਆਪ ਕਰੋ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਐਡਾ ਬੜਾ ਕੈਂਪ ਸਫਲ ਹੋਇਆ, ਬਹੁਤ ਬਹੁਤ ਵਧਾਈ। ਜੋ ਬੋਲੇ ਸੋ ਨਿਹਾਲ। ਅੱਜ ਅਸੀਂ ਹਰੀ ਰਾਮ ਜੀ ਦਾ ਦੂਜੀ ਅੱਖ ਦਾ ਵੀ ਕਰਨ ਜਾ ਰਹੇ ਹਾਂ ਤੇ ਮਾਲਕ ਉਹਨਾਂ ਦੇ ਕਿਰਪਾ ਕਰੇ, ਬਾਬਾ ਜੀ ਦਾ ਹੱਥ ਉਹਨਾਂ ਦੇ ਸਿਰ ਤੇ ਹੋਵੇ ਤੇ ਆਪੇ ਸਭ ਠੀਕ ਹੋ ਜਾਣਾ। ਇੱਕ 22 ਸਾਲ ਦੀ ਬੱਚੀ ਆ, ਇੱਕ 22 ਸਾਲ ਦੀ ਲੜਕੀ ਹੈ, ਉਹਦੇ ਵੀ ਅਸੀਂ ਫੋਲਡੇਬਲ ਲੈਂਸ ਪਾ ਰਹੇ ਹਾਂ। ਇੱਕ ਬੀਬੀ ਹੈ ਜਿਹਨੂੰ 3-4 ਜਗ੍ਹਾ ਦਿਖਾਇਆ ਹੈ, ਉਹਨੂੰ ਕਾਲਾ ਮੋਤੀਆ ਵੀ ਦੱਸਿਆ ਸੀ ਵੀ ਕਿਹਾ ਵੀ ਤੂੰ ਦਵਾਈ ਵੀ ਪਾਈ ਜਾਈ ਪਰ ਤੇਰੇ ਲੈਂਸ ਵੀ ਪਾਵਾਂਗੇ, ਵਧੀਆ ਹੋਏਗਾ। ਇਸ ਕਰਕੇ ਇਸ ਕੈਂਪ ਦੀਆਂ ਐਡੀ ਵੱਡੀ ਸਫਲਤਾ ਲਈ
ਤੁਸੀਂ ਸਾਰੇ ਵਧਾਈ ਦੇ ਪਾਤਰ ਹੈ। ਬਹੁਤ ਬਹੁਤ ਧੰਨਵਾਦ ਜੀ। ਜੋ ਬੋਲੇ ਸੋ ਨਿਹਾਲ। ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਦਾ ਡਾਕਟਰ ਨਜ਼ੀਰ ਜੀ ਦਾ ਅਸੀਂ ਬਹੁਤ ਧੰਨਵਾਦ ਕਰ। ਸਾਡੇ ਕੁਝ ਦੇਰ ਵਾਸਤੇ ਹੈ ਨਹੀਂ, ਪਰ ਅਸੀਂ ਬੇਨਤੀ ਕਰਾਂਗੇ ਕਿ ਐਤਵਾਰ 2 ਮਿੰਟ ਜ਼ਰੂਰ ਕੱਢਣ ਤੇ ਜਿਹੜੇ ਲੋਕ ਉੱਧਰ ਦਿਖਾਉਣ ਆਉਣ ਤੇ ਉਹਨਾਂ ਦਾ ਤੁਸੀਂ ਕੋਈ ਨਜ਼ਰ ਮਾਰ ਕੇ ਜਾ ਐਤਵਾਰ। ਠੀਕ ਹੈ ਜੀ। ਐਤਵਾਰ ਨੂੰ ਆਉਂਗੇ ਨਾ, ਮੈਂ ਕਹਿ ਰਿਹਾ ਬਿਗਲ ਸਾਹਿਬ ਨੂੰ ਐਤਵਾਰ ਆਉਣਗੇ ਤੇ ਉਹ ਕਹਿੰਦੇ ਐਤਵਾਰ ਨੂੰ ਬੁਲਾ ਕੇ ਤੇ ਸਾਰੇ। ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪੀਟਲ ਵਿਖੇ ਜੋ ਅੱਜ 17ਵਾਂ ਦਿਨ ਚੱਲ ਰਿਹਾ ਹੈ। 22 ਤਰੀਕ ਤੋਂ ਕੈਂਪ ਸ਼ੁਰੂ ਹੋਇਆ ਸੀ, ਅੱਜ 17ਵਾਂ ਦਿਨ ਹੈ ਉਸਦਾ। ਔਰ ਹਰ ਰੋਜ਼ ਜਿਹੜੇ ਆ ਮਰੀਜ਼ਾਂ ਦੇ ਜ਼ਰੂਰਤਮੰਦ ਮਰੀਜ਼ਾਂ ਦੇ ਲੈਂਜ ਪਾਏ ਜਾਂਦੇ ਹਨ। ਔਰ ਅੱਜ ਵੀ ਤੁਹਾਨੂੰ ਪਹਿਲਾਂ ਵੀ ਅਸੀਂ ਦਿਖਾਇਆ ਸੀ ਮਰੀਜ਼ ਜਿਹਨੇ 9 ਸਾਲ ਬਾਅਦ 15 ਸਾਲ ਬਾਅਦ ਅੱਖ ਦੀ ਰੋਸ਼ਨੀ ਆਈ ਆ। ਔਰ ਅੱਜ ਵੀ ਜਿਹੜਾ ਮਰੀਜ਼ ਦਾ ਕੱਲ੍ਹ ਆਪਰੇਸ਼ਨ ਹੋਇਆ ਸੀ ਉਹਨਾਂ ਨੂੰ ਇੱਕ ਅੱਖ ਤੋਂ ਘੱਟ ਦਿਖਦਾ ਸੀ, ਇੱਕ ਅੱਖ ਦੀ ਬਿਲਕੁਲ ਰੋਸ਼ਨੀ ਨਹੀਂ ਸੀ। ਔਰ ਅੱਜ ਉਹਨਾਂ ਨੇ ਸਵੇਰੇ ਅਸੀਂ ਤੁਹਾਨੂੰ ਵੀਡੀਓ ਵੀ ਦਿਖਾਈ ਆ, ਸੂਈ ਦੇ ਵਿੱਚ ਧਾਗਾ ਵੀ ਪਾਇਆ, ਬਾਬਾ ਜੀ ਨੇ ਉਹਨਾਂ ਤੋਂ ਪਵਾਇਆ, ਜੋ ਕਿ ਡਾਕਟਰ ਸਾਹਿਬ ਕਹਿੰਦੇ ਸੀਗੇ ਜਿਹੜਾ ਕਿ 15-20 ਦਿਨ ਬਾਅਦ ਪਵਾਵਾਂਗੇ। ਪਰ ਮਹਾਰਾਜ ਜੀ ਨੇ ਅਰਦਾਸ ਕੀਤੀ ਤੇ ਔਰ ਉਹਨਾਂ ਨੇ ਜਿਹੜਾ ਸਵੇਰੇ ਧਾਗਾ ਪਿਆ, ਬੇਟਾ ਸਾਡੇ ਨਾਲ ਬੱਚੀ ਜੁੜੇ ਆ। ਸੋ ਬੇਟਾ ਜੀ ਕੀ ਨਾਂ ਤੁਹਾਡਾ? ਕਾਜਲ। ਕਾਜਲ। ਕਿਹੜੇ ਪਿੰਡ ਤੋਂ ਆਏ? ਹਿਮਾਚਲ ਜਵਾਲੇ ਜੀ। ਤੁਹਾਡੀ ਅੱਖ ਕਿਹੜੀ ਆਪਰੇਸ਼ਨ ਹੋਇਆ? ਇਹ ਤਾਂ ਬਿਲਕੁਲ ਦਿਖਾਈ ਨਹੀਂ ਦੇ ਰਿਹਾ। ਹਾਂਜੀ। ਕਿੰਨੇ ਚਿਰ ਤੋਂ ਬਾਅਦ ਆਏ? ਹਾਂਜੀ। ਕਿੰਨੀ ਦੇਰ ਤੋਂ? ਕਾਫੀ ਟਾਈਮ ਹੋ ਗਿਆ। ਤੇ ਚਲੋ ਇਹਨਾਂ ਦੇ ਜੋ ਮਰੀਜ਼ ਆ ਅੱਜ ਉਹਨਾਂ ਦੇ ਕੁਝ ਮਰੀਜ਼ਾਂ ਜਿਹੜਾ ਫੋਲਡੇ ਵਾਲੇ ਲੈਂਜ ਪਾਏ ਜਾਣੇ ਆ। ਔਰ ਇਹਨਾਂ ਦੀ ਉਮਰ ਵੀ ਬਹੁਤ ਘੱਟ ਆ, ਜਿਹੜੇ ਸਟੱਡੀ ਵੀ ਕਰ ਰਹੇ ਆ। ਔਰ ਇੱਧਰ ਵੀ ਮਾਤਾ ਜੀ ਆ, ਇਹਨਾਂ ਦੇ ਵੀ ਫੋਲਡੇਬਲ ਜਿਹੜਾ ਲੈਂਜ ਪਣਾ। ਔਰ ਉਹਨਾਂ ਦੇ ਨਾਲ ਇੱਕ ਹੋਰ ਮਰੀਜ਼ ਆ, ਉਹਨਾਂ ਦੇ ਵੀ ਫੋਲਡੇਬਲ ਜਿਹੜਾ। ਧੰਨਵਾਦ ਜੀ। ਅੱਜ ਇਹਨਾਂ ਦੀ ਦੂਸਰੀ ਅੱਖ ਦਾ ਵੀ ਆਪਰੇਸ਼ਨ ਹੋ ਗਿਆ ਆ ਤੇ ਜਿਨ੍ਹਾਂ ਦਾ 8-9 ਸਾਲ ਬਾਅਦ ਜਿਨ੍ਹਾਂ ਨੂੰ ਦਿਖਾਈ ਪੂਰਾ ਦੇਣ ਲੱਗ ਪਿਆ। ਅੱਜ ਦੋਨੇ ਅੱਖਾਂ ਅਸੀਂ ਸਾਨੂੰ ਦਿਖਾਉਂਦੇ ਵੀ ਆ ਜ਼ੂਮ ਕਰਕੇ, ਦੋਨੇ ਅੱਖਾਂ ਦੇ ਜਿਹੜੇ ਲੈਂਜ ਆ ਬਿਲਕੁਲ ਠੀਕ ਪਾ ਦਿੱਤੇ ਗਏ ਆ। ਫੋਲਡੇਬਲ ਜਿਨ੍ਹਾਂ ਦੇ ਵੀ ਲੈਂਜ ਪਾਏ ਗਏ ਆ। ਇਹ ਹਰੀ ਰਾਮ ਜੀ ਹਨ ਜਿਨ੍ਹਾਂ ਨੂੰ 8-9 ਸਾਲ ਬਾਅਦ ਦਿਖਾਈ ਦੇਣ ਲੱਗਾ। ਦੋਨਾਂ ਅੱਖਾਂ ਤੋਂ ਨਹੀਂ ਦਿਖਾਈ ਦੇ ਰਿਹਾ ਸੀ, ਪਰ ਗੁਰੂ ਰਵਿਦਾਸ ਮਹਾਰਾਜ ਜੀ, ਗੁਰੂ ਨਾਨਕ ਮਹਾਰਾਜ ਜੀ ਦੀ, ਸੰਤ ਬਾਬਾ ਪ੍ਰੀਤਮ ਦਾਸ ਜੀ ਦੀ ਅਪਾਰ ਕਿਰਪਾ ਨਾਲ ਹੁਣ ਇਹਨਾਂ ਨੂੰ ਦੋਨੇ ਅੱਖਾਂ ਤੋਂ ਦਿਖਾਈ ਦੇ ਰਿਹਾ ਹੈ। ਕਿਰਪਾ ਤੁਮਾਰੀ ਤੂੰ ਜਾਣਤ ਮੈਂ ਈਸ਼ ਨਹੀਂ दर्द दे सबको हंसे दर्द दे सबको हंसे ऐसी दशा हमारी अष्ट दशा ओ अष्ट दशा सिद्ध कर तले सब कृपा तुम्हारी सब कृपा हम रुलते फिरते कोई बात ना पूछता हम रुलते फिरते कोई बात ना पूछता कोई बात ना पूछता
गुर सतगुर संग की रे हम थापे। हम रुलते फिरते कोई बात न पूछता, गुर सतगुर संग की रे हम थापे। तन तन गुरु ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਅੱਜ 17ਵੇਂ ਦਿਨ ਵੀ ਆਪਰੇਸ਼ਨ ਚੱਲ ਰਿਹਾ ਔਰ ਮਾਤਾ ਜੀ, ਹਾਂਜੀ ਮਾਤਾ ਜੀ ਕਿੱਥੋਂ ਆਏ ਜੀ? ਸੰਤੋਖਪੁਰ ਹੈ ਜੀ। ਤੁਹਾਡਾ ਜਿਹੜੀ ਨਿਗਾਹ ਕਿੰਨੇ ਚਿਰ ਤੋਂ ਖਰਾਬ ਸੀ ਤਾਂ? ਇਹ ਕਾਫੀ ਟਾਈਮ ਤੋਂ ਖਰਾਬ ਸੀ ਜੀ। ਤੁਹਾਡੇ ਲੈਂਜ ਵੀ ਵਧੀਆ ਪਾਇਆ, ਠੀਕ ਠਾਕ ਹੋਇਆ? ਹਾਂਜੀ ਹਾਂਜੀ ਠੀਕ ਹੋਇਆ, ਠੀਕ। ਕਿੰਨੇ ਪੈਸੇ ਲਏ ਤੁਹਾਡੇ ਤੋਂ? ਕੋਈ ਨਹੀਂ ਜੀ, ਪੈਸਾ ਨਹੀਂ ਸਾਡਾ ਲਿਆ। ਕੋਈ ਤਕਲੀਫ ਤੇ ਨਹੀਂ ਹੋਈ, ਪਰੇਸ਼ਾਨ ਨਹੀਂ ਕੋਈ ਕੈਂਪ ਦੇ ਵਿੱਚ? ਕੁਛ ਨਹੀਂ ਹੋਇਆ, ਠੀਕ ਠਾਕ ਆ ਗਏ। ਅੱਛਾ ਜੀ। ਆਪਰੇਸ਼ਨ ਕਰਾ ਕੇ ਅੰਦਰੋਂ ਠੀਕ ਠਾਕ ਆ ਗਏ। ਹੁਣ ਬਾਅਦ ਚ ਵੀ ਠੀਕ ਠਾਕ ਰਹੀਏ। ਹੁਣ ਠੀਕ ਹੈ, ਹੁਣ ਕਿਰਪਾ ਹੋ ਗਈ। ਠੀਕ ਹੋ ਗਿਆ ਫਿਰ? ਠੀਕ। ਹਾਂਜੀ ਕਿਰਪਾ ਹੋ ਗਈ ਜੀ। ਹਾਂਜੀ ਸਤੋਗੜੀਓਂ ਆਏ ਆ। ਆਪਰੇਸ਼ਨ ਤੁਹਾਡਾ ਠੀਕ ਠਾਕ ਹੋਇਆ ਜੀ? ਹਾਂਜੀ ਠੀਕ ਠਾਕ। ਕਿੰਨੇ ਚਿਰ ਤੋਂ ਤੁਹਾਡੀ ਅੱਖ ਦੀ ਰੋਸ਼ਨੀ? ਰੋਸ਼ਨੀ ਤਾਂ ਕਦੋਂ ਦੀ ਗਈ ਹੋ ਸੀਗੀ। ਹਾਂ ਥੋੜਾ ਥੋੜਾ ਝੌਲਾ ਝੌਲਾ ਹੀ ਦੀਦਾ ਸੀ, ਹੁਣ ਤਾਂ ਬਿਲਕੁਲ ਹਟ ਗਿਆ ਸੀ। ਦੂਜੀ ਅੱਖ ਦੀ ਸਹੀ ਹੈ ਰੋਸ਼ਨੀ? ਹਾਂਜੀ ਦੂਜੀ ਦੀ ਸਹੀ ਆ। ਉਹ ਤਾਂ ਦਿਖਾਇਆ ਸੀ ਕਿਤੇ? ਹਾਂਜੀ ਇੱਧਰ ਪਹਿਲਾਂ ਇੱਧਰ ਆਪਰੇਸ਼ਨ ਹੋਇਆ ਆ, ਲਾਈਨ 'ਚ ਪਿਆ ਆ। ਤੇ ਇੱਧਰ ਹੁਣ ਕਹਿੰਦੇ ਸੀ ਦਿਖਾ ਲਿਆ ਸੀ, ਕਹਿੰਦੇ ਤੁਹਾਡਾ ਆਪਰੇਸ਼ਨ ਹੋਣਾ। ਫਿਰ ਅਸੀਂ ਇੱਥੋਂ ਕਰਾ ਲਿਆ ਅੱਜ। ਕਿੰਨੇ ਪੈਸੇ ਮੰਗੇ ਬਾਹਰ ਉਹਨਾਂ ਨੇ? ਕੋਈ ਪੈਸਾ ਨਹੀਂ ਲਿਆ ਸਭ ਤੋਂ। ਨਹੀਂ ਪਹਿਲਾਂ ਜਿੱਥੇ ਦਿਖਾਇਆ ਸੀਗਾ ਉੱਥੇ ਤਾਂ ਲੱਗਦੇ ਆ ਪੈਸੇ ਬਥੇਰੇ, ਆ ਦੁੱਗਲ ਦੇ ਗਏ ਜੋ ਬਥੇਰੇ ਪੈਸੇ ਮੰਗਦਾ। ਤੇ ਕਿੰਨੇ ਕੁ ਲੱਗ ਗਿਆ ਤੁਹਾਡੇ ਕੋਲ? ਇੱਥੇ ਤਾਂ ਕੁਛ ਨਹੀਂ ਲਿਆ ਸਭ ਤੋਂ, ਐਵੇਂ ਗਈ। ਕਿਹੜੇ ਪਿੰਡ ਤੋਂ ਆਏ ਜੀ? ਇੱਟਾਬੱਦੀ ਭੋਗਪੁਰ ਮਾਨਕਰੇ। ਤੁਹਾਡੀ ਅੱਖ ਦੀ ਰੋਸ਼ਨੀ ਕਿੰਨੇ ਚਿਰ ਤੋਂ ਸੀ ਇਦਾਂ? ਇਦਾਂ ਹੈ ਨਾ ਭੋਲੀ ਬਾਪਾ, ਕਾਫੀ ਦੇਰ ਹੋ ਗਈ ਹੈ ਨਾ। ਪਹਿਲਾਂ ਦਿਖਾਇਆ ਸੀ ਕਿਤੇ? ਹਾਂ ਦਿਖਾਉਂਦੇ ਰਹੇ, ਅੱਖ ਬਣਵਾਈ ਆ ਜਿਹੜੀ ਹੈ ਖੱਬੀ। ਦੂਜੀ ਦਾ ਕਰਾਇਆ ਨਾ? ਆਹ ਦੂਜੀ ਦਾ, ਹੋਰ ਤੇ ਨਹੀਂ ਹੋਏਗੀ। ਜੋ ਬਾਬਾ ਜੀ ਨੇ ਉਪਰਾਲਾ ਕੀਤਾ ਆ। ਠੀਕ ਹੈ ਜੀ, ਠੀਕ। ਉਹਨੇ ਮਿਹਰਬਾਨੀ। ਉਹਨਾਂ ਦੇ ਨਾਲ ਉਹਨਾਂ ਦੇ ਹਸਬੈਂਡ ਵੀ ਆਏ ਆ, ਉਹਨਾਂ ਨਾਲ ਵੀ ਗੱਲ ਕਰਦੇ ਆ। ਹਾਂਜੀ ਤੁਹਾਡਾ ਕੀ ਨਾਮ ਜੀ? ਮੁਖਤਾਰ ਮਸੀਹ। ਕੀ ਕੰਮ ਕਰਦੇ ਹੋ ਜੀ? ਦਿਹਾੜੀ ਦਾ ਭਾਈ। ਕੋਈ ਪਰੇਸ਼ਾਨੀ ਆਈ ਹੋਵੇ ਜਾਂ ਤੁਹਾਡੀ ਵਾਰੀ ਲੇਟ ਆਈ ਜਾਂ ਪਹਿਲਾਂ ਤੁਹਾਨੂੰ ਰੋਟੀ ਪਾਣੀ ਤੋਂ ਗਈ? ਠੀਕ ਠਾਕ ਜੀ, ਬੜੀ ਸੇਵਾ ਹੋ ਰਹੀ ਹੈ ਰੋਟੀ ਪਾਣੀ ਦੀ। ਧੰਨਵਾਦ ਜੀ ਤੁਹਾਡਾ ਬਹੁਤ। ਹਾਂਜੀ ਅੰਕਲ ਜੀ ਕਿਹੜੀ ਜਗ੍ਹਾ ਤੋਂ ਆਏ ਜੀ? ਇਹ ਬਲੰਦਪੁਰ ਤੋਂ ਆਏ ਆ ਲਾਗੇ। ਤੁਹਾਡੀ ਅੱਖ ਦੀ ਜਿਹੜੀ ਨਿਗਾਹ ਕਿੰਨੇ ਚਿਰ ਤੋਂ ਸੀ ਇਦਾਂ? ਇਹ ਪਹਿਲਾਂ ਆ ਬਣਾਈ ਸੀ ਅੱਖ। ਠੀਕ ਆ ਜੀ। ਤੇ ਇਹ ਹੁਣ ਹਾਂ ਹੋ ਗਈ ਸੀ, ਘਟ ਗਈ ਨਿਗਾਹ। ਪਹਿਲਾਂ ਇਹਦੀ ਸਹੀ ਸੀ। ਕਿੰਨੇ ਕੁ ਪੈਸੇ ਲੱਗੇ ਤੁਹਾਡੇ? ਇਹ ਪਹਿਲਾਂ ਵੀ ਇਦਾਂ ਹੀ ਬਣਾਈ ਹੈ। ਅੱਜ ਦੇ ਜਿਹੜੇ ਪੈਸੇ ਲੱਗੇ? ਅੱਜ ਦਾ ਕੋਈ ਪੈਸਾ ਨਹੀਂ ਲੱਗਾ। ਕੋਈ ਪਰਚੀ ਦਾ ਲਿਆ ਹੋਵੇ? ਨਹੀਂ ਕੋਈ ਪੈਸਾ ਨਹੀਂ। ਕੋਈ ਜੋ ਆਪਰੇਸ਼ਨ ਕਰਨ ਲੱਗੇ ਜਾਂ ਉੱਦਾਂ ਤੁਹਾਨੂੰ ਲੰਗਰ ਪੰਚਤ ਨਹੀਂ ਕੋਈ ਪਰੇਸ਼ਾਨੀ? ਪਾਣੀ ਵੀ ਮਿਲਿਆ ਇੱਥੇ ਫਰੀ, ਸਾਰਾ ਕੁਝ। ਸਾਡੇ ਨਾਲ ਭਾਈ ਸਾਹਿਬ ਜੀ ਆ। ਹਾਂਜੀ ਭਾਜੀ ਕਿਹੜੇ ਪਿੰਡ ਤੋਂ ਆਏ ਜੀ? ਅਸੀਂ ਮੇਰਾ ਪਿੰਡ ਤਾਂ ਰਾਪੁਰ ਹੀ ਹੈ ਤੇ ਮੇਰੇ ਸਹੁਰਾ ਸਾਹਿਬ ਆ, ਸਾਰੇ ਇੱਕ ਪਰਿਵਾਰ ਦੇ, ਮੇਰੇ ਸਹੁਰੇ ਪਰਿਵਾਰ ਦੇ ਸਾਰੇ ਜੀ ਹੈ। ਠੀਕ ਹੈ ਜੀ। ਉਹ ਮੇਰੇ ਮਦਰ ਇਨ ਲਾ ਆ। ਠੀਕ ਹੈ। ਉਹ ਮੇਰੇ ਤਾਈ ਜੀ, ਤਾਈ ਸੱਸ ਹੈ। ਦੋ ਜੀ ਸਾਡੇ ਚਲੇ ਗਏ ਤੇ ਅਸੀਂ। ਪਰੇਸ਼ਾਨੀ ਆਈ ਹੋਵੇ ਤੁਹਾਨੂੰ ਇੱਥੇ? ਹਾਂਜੀ ਕੈਂਪ ਦੇ ਵਿੱਚ ਕੋਈ ਪਰੇਸ਼ਾਨੀ ਆਈ ਹੋਵੇ? ਨਹੀਂ ਜੀ, ਕੈਂਪ ਵਿੱਚ ਨਹੀਂ ਕੋਈ ਪਰੇਸ਼ਾਨੀ। ਅਸੀਂ ਜਿਹੜੇ ਨੇ ਕਿ ਬੇਗਲ ਪਰਿਵਾਰ ਹੈ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਐਡਾ ਵੱਡਾ ਉਪਰਾਲਾ। ਪ੍ਰਮਾਤਮਾ ਕਰੇ ਤੁਹਾਡੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਹੱਸਦੀਆਂ ਵਸਦੀਆਂ ਰਹਿਣ, ਕਿ ਪ੍ਰਮਾਤਮਾ ਤਰੱਕੀ ਬਖਸ਼ੇ। ਅਤੇ ਮਹਾਂਪੁਰਸ਼ਾਂ ਦਾ ਜਿਹੜਾ ਨੇ ਕਿ ਬਹੁਤ ਵੱਡਾ ਯੋਗਦਾਨ ਹੈ, ਇਸ ਵੇਲੇ ਵੀ ਮੌਜੂਦ ਹੈ। ਅਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕਿ ਮਤਲਬ ਐਡਾ ਵੱਡਾ ਉਪਰਾਲਾ ਕੀਤਾ ਹੈ। ਮੇਰੇ ਸਾਨੂੰ ਕਮ ਸੇ ਕਮ ਮੈਂ ਦੇਖਿਆ ਸਾਡਾ 900 ਨੰਬਰ ਤੋਂ ਸ਼ੁਰੂ ਹੋਇਆ ਸਾਡਾ। ਅੱਛਾ ਜੀ। ਅਤੇ ਇਸ ਦਾ ਮਤਲਬ ਮੇਰੇ ਹਿਸਾਬ ਨਾਲ 900 ਮਰੀਜ਼ਾਂ ਦੇ ਆਪਰੇਸ਼ਨ ਹੋ ਗਏ। ਜਿਹੜੇ ਆਪਰੇਸ਼ਨ ਅਸੀਂ 450 ਦੇ ਕਰ ਚੁੱਕੇ ਆ। ਤੇ ਮੇਰੇ ਹਿਸਾਬ ਨਾਲ ਜੇ ਤੁਸੀਂ ਬਾਹਰ ਜੇ 5 ਜੀਆਂ ਦੇ ਆਪਰੇਸ਼ਨ ਕਰਾਉਣ ਦੇ ਬਹੁਤ ਮੁਸ਼ਕਲ ਹੋਣੀ ਸੀ। ਬਹੁਤ ਜੀ ਬਹੁਤ। ਇਹ ਜਿਹੜੇ ਜੀ ਮੈਂ ਯਾਨੀ ਕਿ ਦੱਸਣਾ ਚਾਹੁੰਦਾ ਕਿ ਮੇਰਾ ਜਿਹੜਾ ਸਹੁਰਾ ਪਰਿਵਾਰ ਯਾਨੀ ਕਿ ਮੈਂ ਤਾਂ ਸਕੂਲ ਟੀਚਰ ਹਾਂ। ਠੀਕ ਹੈ ਜੀ। ਮਹਾਰਾਜ ਹੁਣ ਨੂੰ ਪਤਾ ਯਾਨੀ ਕਿ ਅਤੇ ਮੇਰਾ ਪਿੰਡ ਰਾਪੁਰ ਹੀ ਯਾਨੀ ਕਿ ਮੇਰੇ ਸਹੁਰਾ ਪਰਿਵਾਰ ਜਿਹੜੇ ਯਾਨੀ ਕਿ ਇੰਨੇ ਯਾਨੀ ਕਿ ਮਤਲਬ ਚੱਲਦੇ ਫਿਰਦੇ ਨਹੀਂ ਹੈਗੇ, ਗਰੀਬੀ ਰੇਖਾ ਦੇ ਵਿੱਚ ਰਹਿ ਰਹੇ ਯਾਨੀ ਕਿ। ਅਤੇ ਬਹੁਤ ਬਹੁਤ ਇੱਕ ਵਾਰੀ ਫੇਰ ਧੰਨਵਾਦ ਕਿ ਤੁਸੀਂ ਇਹਨਾਂ ਦੇ ਯੋਗਦਾਨ ਕੀਤਾ। ਤੁਹਾਡੀ ਜਨਤਕ TV ਵਾਲਾ ਜਿਹੜੇ ਸਟਾਫ ਦਾ ਵੀ ਮੈਂ ਦੇਖਦਾ ਵੀ ਯਾਨੀ ਕਿ ਮੈਨੂੰ ਹਫ਼ਤਾ ਹੋ ਗਿਆ ਉਹਦੇ ਨੂੰ। ਅਤੇ ਮੈਨੂੰ ਵਧੀਆ ਲੱਗਾ ਤੁਹਾਡੇ ਵੀ ਸਰਵਿਸ। ਹਾਂਜੀ। ਸੋ ਇਹਨਾਂ ਦੇ ਤਨ ਤਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਐ ਚੁਕੇ ਸਭ ਸੋਗ ਸੰਤਾਪੇ। ਦਰਦ ਦੇ ਸਭ ਕੋ ਹੱਸੈ
ਕਰ ਤਲੈ ਸਭ ਕਿਰਪਾ ਤੁਮਾਰੀ ਅਸ਼ਟ ਦਸਾ ਸਿਧ ਕਰ ਤਲੈ ਸਭ ਕਿਰਪਾ ਤੁਮਾਰੀ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਭਵ ਖੰਡਨ ਰਾਮ ਭਵ ਖੰਡਨ ਰਾਮ ਭਵ ਖੰਡਨ ਰਾਮ ਭਵ ਖੰਡਨ ਰਾਮ ਅਸ਼ਟ ਦਸਾ ਸਿਧ ਕਰ ਤਲੈ ਸਭ ਨਿਦਾਨ ਦਸ ਅਸ਼ਟ ਸਿਧਾਨ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਤੂੰ ਜਾਣਤ ਮੈਂ ਕਿਛ ਨਹੀਂ ਕੋਟਨ ਪ੍ਰਣਾਮ ਸੰਤ ਬਾਬਾ ਫਰੀਦ ਦਾਸ ਮਹਾਰਾਜ ਜੀ ਦਾ ਕੋਟਨ ਧੰਨਵਾਦ ਕੋਟਨ ਪ੍ਰਣਾਮ ਜਿਨ੍ਹਾਂ ਦੀ ਬਦੌਲਤ ਅੱਜ 22 ਨਵੰਬਰ ਤੋਂ ਇਹ ਜੋ ਸੰਤ ਬਾਬਾ ਫਰੀਦ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਵਿੱਚ ਅੱਖਾਂ ਦਾ ਬਹੁਤ ਵੱਡਾ ਕੁੰਭ ਚੱਲ ਰਿਹਾ ਸੀ, ਆਪਰੇਸ਼ਨ ਚੈੱਕਅਪ ਮੈਡੀਸਨ ਦਾ। ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਆਰ.ਐਲ. ਗੁਪਤਾ ਜੀ ਦੀ ਟੀਮ, ਡਾਕਟਰ ਅਮਨਦੀਪ ਔਜਲਾ ਜੀ, ਡਾਕਟਰ ਮਨਦੀਪ ਸੂਦ ਜੀ, ਅੱਜ ਮੈਂ ਹੀ ਭੁੱਲ ਗਈ ਨਾਮ ਅੰਦਰੋਂ ਐਂਗਜ਼ਾਇਟੀ ਆ। ਤੋਂ ਹਰੀਸ਼ ਜੀ, ਰਮਨ ਜੀ, ਸਭ ਦਾ ਬਹੁਤ ਬਹੁਤ ਧੰਨਵਾਦ। ਸਾਡੇ ਕੋਈ ਸ਼ਬਦ ਨਹੀਂ ਹੈਗੇ। ਮੈਂ ਕਦੇ ਇੰਨਾ ਨੇੜਿਓਂ ਦੇਖਿਆ ਨਹੀਂ ਸੀ, ਪਰ ਇੰਨੀ ਕੁ ਰਿਸਪੈਕਟ ਵੱਧ ਗਈ ਹੈ ਬਾਬਾ ਜੀ ਇਹਨਾਂ ਵਾਸਤੇ ਕਿ ਕਈ ਵਾਰੀ ਅੱਖਾਂ 'ਚ ਆਂਸੂ ਆ ਗਏ ਦੇਖ ਕੇ ਕਿ ਨਜ਼ਰ ਲਗਾ ਕੇ ਲਗਾਤਾਰ ਆਪਰੇਟ ਕਰਨਾ ਔਰ ਕਿੱਡੀ ਵੱਡੀ ਰਿਸਕ ਹੈ। ਅਤੇ ਤੁਸੀਂ ਕਿਸੇ ਦੀ ਨਜ਼ਰ ਮਾੜੇ ਅੱਖ ਨੂੰ ਖੋਲ੍ਹਣਾ ਵੀ ਤਾਂ ਬੜਾ ਬੰਦਾ ਸੋਚਦਾ ਹੈ। ਅਤੇ ਤੁਸੀਂ ਇਹਨਾਂ ਨੂੰ ਨਜ਼ਰਾਂ ਦਿੱਤੀਆਂ। ਅੱਜ 8 ਤਰੀਕ ਹੋ ਗਈ ਆ, ਅੱਜ ਆਈ ਥਿੰਕ ਲਾਸਟ ਦਿਨ ਸਾਡਾ। ਤਾਂ ਅਸੀਂ ਤੁਹਾਡਾ, ਸਾਡੇ ਕੋਲ ਸ਼ਬਦ ਨਹੀਂ ਤੁਹਾਡਾ ਧੰਨਵਾਦ ਕਰਨ ਦਾ। ਤਾਂ ਫਿਰ ਵੀ ਤੁਹਾਡਾ ਬਹੁਤ ਧੰਨਵਾਦ। ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰਿਟੇਬਲ ਮੈਡੀਕਲ ਸੁਸਾਇਟੀ, ਸੰਤ ਬਾਬਾ ਪ੍ਰੀਤਮ ਦਾਸ ਵੈਲਫੇਅਰ ਸੁਸਾਇਟੀ, ਡੇਰਾ ਸੰਤ ਪ੍ਰੀਤਮ ਦਾਸ ਜੀ ਬਾਬਾ ਜੀ ਵੱਲੋਂ, ਔਰ ਸਾਡੇ NRI ਮਿਸਟਰ ਸਰ ਸੁੱਚਾ ਸਿੰਘ ਜੀ ਬੇਗਲ, ਬੀਬੀ ਅਮਰ ਕੌਰ, ਸਾਰਿਆਂ ਨੂੰ ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਇਹ ਜਿਹੜੀ ਤੁਹਾਡੇ ਸਾਂਝ ਹੈ ਬਣਾ ਕੇ ਰੱਖਣਾ, ਜਦੋਂ ਤੱਕ ਸਾਡਾ ਜੀਵਨ ਹੈ ਬਾਬਾ ਜੀ ਦਾ ਤੁਹਾਡਾ। ਆਪਾਂ ਇਸੇ ਤਰ੍ਹਾਂ ਇਸ ਹੌਸਪੀਟਲ ਦੇ ਵਿੱਚ ਜੋ ਸਮਾਜ ਦੇ ਵਿੱਚ ਇੰਨੀ ਪ੍ਰੋਬਲਮ ਹੈਗੀ ਅੱਖਾਂ ਦੀ, ਆਪਾਂ ਨੂੰ ਨਜ਼ਰਾਂ ਦਿੰਦੇ ਰਹੀਏ। ਤੁਹਾਡਾ ਸਾਥ ਚਾਹੀਦਾ ਔਰ ਅਸੀਂ ਬਾਬਾ ਜੀ ਅੱਗੇ ਪ੍ਰਾਰਥਨਾ ਕਰਾਂਗੇ ਕਿ ਤੁਹਾਨੂੰ ਬਹੁਤ ਲੰਬੀ ਆਯੂ ਔਰ ਤੰਦਰੁਸਤੀ ਬਖਸ਼ਿਸ਼ ਕਰੇ। ਬਸ ਇੰਨੇ ਹੀ ਸ਼ਬਦ, ਹੋਰ ਸਾਡੇ ਕੋਲ ਸ਼ਬਦ ਹੀ ਨਹੀਂ ਤੁਹਾਡੇ ਵਾਸਤੇ। 22 ਤਰੀਕ ਤੋਂ ਚੱਲ ਰਿਹਾ ਕੈਂਪ ਦਾ ਆਖਰੀ ਦਿਨ ਹੈ। 17 ਤਰੀਕ ਤੋਂ ਕੈਂਪ ਚੱਲ ਰਿਹਾ ਸੀ। ਇਹ ਮੈਨੂੰ ਸਭ ਤੋਂ ਜ਼ਿਆਦਾ ਸਵੇਰ ਦੀ ਗੱਲ ਯਾਦ ਆਉਂਦੀ ਹੈ ਕਿ ਜੋ ਬਾਬਾ ਜੀ ਨੇ ਕੱਲ੍ਹ ਕਿਹਾ ਸੀ ਕਿ ਬੀਬੀ ਦੇ ਜਿਹੜਾ ਆਪਰੇਸ਼ਨ ਕੀਤਾ ਨਾ, ਇਹਦੇ ਸੂਈ ਧਾਗਾ ਪਾਉਣਾ, ਸੂਈ ਧਾਗਾ ਪਾਉਣਾ। ਤੇ ਸੁਖਮਨੀ ਸਾਹਿਬ ਦੀ ਲਾਈਨ ਯਾਦ ਆ ਰਹੀ, ਪ੍ਰਭ ਜੀ ਬਸੇ ਸਾਧ ਕੀ ਰਸਨਾ। ਅਸੀਂ ਕੋਟ ਧੰਨਵਾਦ ਕਰਦੇ ਹਾਂ ਬਾਬਾ ਜੀ ਦਾ, NRI ਵੀਰਾਂ ਦਾ, ਜਿਨ੍ਹਾਂ ਨੇ ਇਸ ਕੈਂਪ ਵਿੱਚ ਮਾਇਆ ਭੇਜ ਕੇ ਸਫਲ ਕੀਤਾ। ਅਸੀਂ ਉਹਨਾਂ ਲਈ ਆਪਣੀ ਸੁਸਾਇਟੀ ਸ਼੍ਰੀ ਮਾਨ 108 ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਮੈਡੀਕਲ ਸੁਸਾਇਟੀ ਵੱਲੋਂ, ਬਾਬਾ ਜੀ ਵੱਲੋਂ, ਮੈਡਮ ਸੰਤੋਸ਼ ਵੱਲੋਂ, ਸਾਰੇ ਵੱਲੋਂ, ਆਪਣੇ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਡਾਕਟਰ ਸਾਹਿਬ ਦੀ ਟੀਮ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਮੀਡੀਆ ਦਾ ਧੰਨਵਾਦ ਕਰਦੇ ਹਾਂ।
ਔਰ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਥ ਦਿੱਤਾ ਸਾਡਾ, ਔਰ ਖਾਸ ਕਰਕੇ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸੇਵਾ ਵਿੱਚ ਪੂਰਾ ਤਨ ਮਨ ਧਨ ਲਾ ਕੇ ਹਿੱਸਾ ਦਿੱਤਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੰਤ ਵਿੱਚ ਸ਼੍ਰੀਮਾਨ 108 ਸੰਤ ਬਾਬਾ ਪ੍ਰੀਤਮ ਦਾਸ ਜੀ ਮੋਰੀਅਲ ਚੈਰੀਟੇਬਲ ਸੁਸਾਇਟੀ ਵੱਲੋਂ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਮੀਡੀਆ ਦਾ ਵੀ, ਖਾਸ ਕਰਕੇ ਬਾਬਾ ਜੀ ਦਾ, ਜਿਨ੍ਹਾਂ ਨੇ ਪਿਛਲੇ 17 ਦਿਨ ਤੋਂ ਅਣਥੱਕ ਮਿਹਨਤ ਕਰਕੇ ਔਰ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਹੀ NRI ਵੀਰਾਂ ਨੇ ਆਪਣੀ ਮਾਇਆ ਦਾ ਸਾਰਾ ਸਫਲ ਕੀਤੀ ਹੈ। ਅੰਤ ਵਿੱਚ ਅਸੀਂ ਸਰਦਾਰ ਸੁੱਚਾ ਸਿੰਘ ਬੇਗਲ ਜੀ, ਉਹਨਾਂ ਦੇ ਪਰਿਵਾਰ ਲਈ ਤੇ NRI ਵੀਰਾਂ ਲਈ ਜਿਨ੍ਹਾਂ ਨੇ ਇਸ ਕੈਂਪ ਨੂੰ ਸਫਲ ਕੀਤਾ ਹੈ, ਉਹਨਾਂ ਲਈ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ ਪ੍ਰਮਾਤਮਾ ਦੇ ਚਰਨਾਂ ਵਿੱਚ। ਪਰਮਾਤਮਾ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਅਤੇ ਸਿਹਤ ਬਖਸ਼ੇ, ਤੰਦਰੁਸਤੀ ਬਖਸ਼ੇ। ਅੰਤ ਵਿੱਚ ਇੰਨੇ ਸ਼ਬਦ ਕਹਿੰਦਾ ਹੋਇਆ ਅਸੀਂ ਸਾਰੀ ਸੰਗਤ ਤੋਂ, ਆਏ ਗਏ ਮਰੀਜ਼ਾਂ ਸਾਰਿਆਂ ਤੋਂ ਹੀ, ਡਾਕਟਰ ਸਾਹਿਬ ਦੀ ਟੀਮ ਤੋਂ, ਬਾਕੀ ਸਾਰਿਆਂ ਤੋਂ ਮਾਫੀ ਮੰਗਦੇ ਹਾਂ ਕਿਉਂਕਿ ਵੱਧ ਘੱਟ ਕਈ ਵਾਰੀ ਬੋਲਿਆ ਜਾਂਦਾ ਹੈ, ਤੇ ਸਾਰਿਆਂ ਤੋਂ ਮਾਫੀ ਮੰਗਦੇ ਹਾਂ। ਅੰਤ ਵਿੱਚ ਸਾਰਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ ਜੈ ਭਾਰਤ। ਅੱਜ 17 ਦਿਨ ਹੋ ਗਏ ਕੈਂਪ ਚੱਲਦੇ ਨੂੰ। ਬਾਬਾ ਜੀ ਦੀ ਅਪਾਰ ਕਿਰਪਾ ਰਹੀ ਹੈ। ਮੈਂ ਬਾਬਾ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਕਿ ਉਹਨਾਂ ਦੀ ਪ੍ਰੇਰਨਾ ਸਦਕਾ ਬੇਗਲ ਪਰਿਵਾਰ ਨੇ ਗਰੀਬ ਲੋਕਾਂ 'ਤੇ ਕਿਰਪਾ ਕੀਤੀ ਹੈ, ਅਤੇ ਖਾਸ ਕਰਕੇ ਡਾਕਟਰਾਂ ਦੀ ਟੀਮ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਪੂਰੀ ਲਗਨ ਦੇ ਨਾਲ, ਪੂਰੀ ਮਿਹਨਤ ਦੇ ਨਾਲ ਮਤਲਬ ਜਿਹੜੀਆਂ ਉਹ ਅੱਖਾਂ ਦਾ ਜਿਹੜਾ ਕੰਮ ਕੀਤਾ ਹੈ ਉਹ ਬੜੀ ਵਧੀਆ ਢੰਗ ਨਾਲ ਉਹਨਾਂ ਨੇ ਲੈਂਜ ਪਾਏ ਹਨ। ਔਰ ਮੈਂ ਦੇਖਿਆ ਕਿ ਬਹੁਤ ਜ਼ਿਆਦਾ ਨੀਡੀ ਜਿਹੜੇ ਲੋਕ, ਉਹਨਾਂ ਦਾ ਭਲਾ ਹੋਇਆ ਹੈ। ਅਤੇ ਮੈਂ ਸਮਝਦਾ ਕਿ ਇਹ ਸਾਰਾ ਕੁਝ ਜਿਹੜਾ ਹੈ ਉਹ ਸੰਤ ਮਹਾਂਪੁਰਸ਼ ਹੀ ਕਰ ਸਕਦੇ ਹਨ। ਤਾਂ ਅੰਤ ਵਿੱਚ ਮੈਂ ਫਿਰ ਬਾਬਾ ਜੀ ਔਰ ਖਾਸ ਕਰਕੇ ਮੈਡਮ ਸੰਤੋਸ਼ ਜੀ ਦਾ ਰਿਣੀ ਹਾਂ ਕਿ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਇਹ ਜਿਹੜਾ ਕਾਰਜ ਉਹ ਚਲਾਇਆ। ਅਤੇ ਦੂਸਰੇ ਲਫ਼ਜ਼ਾਂ ਵਿੱਚ ਮੀਡੀਆ ਦਾ ਵੀ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਇੱਕ ਮਿੰਟ ਦੀ ਜਿਹੜੀ ਕਵਰੇਜ ਹੈ ਉਹ ਕਰਕੇ ਸਾਰੀ ਸੰਗਤ ਤੱਕ ਪਹੁੰਚਾਈ ਹੈ, ਅਤੇ ਜਿਸ ਦੇ ਨਾਲ ਸਾਰੇ ਲੋਕਾਂ ਦਾ ਜਿਹੜਾ ਉਹ ਭਲਾ ਹੋਇਆ। ਮੈਂ ਇੰਨੀਆਂ ਗੱਲਾਂ ਕਹਿੰਦਾ ਹੋਇਆ ਉਹ ਵੀ ਨਹੀਂ ਥੱਕਦਾ। ਪਰਮ ਸਤਿਕਾਰਯੋਗ ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ, ਜਿਨ੍ਹਾਂ ਦੀ ਸਰਪ੍ਰਸਤੀ ਥੱਲੇ ਐਡਾ ਬੜਾ ਕੁੰਭ ਲਾਇਆ ਗਿਆ, ਬੇਗਲ ਪਰਿਵਾਰ, ਸੁੱਚਾ ਸਿੰਘ ਬੇਗਲ ਜੀ ਔਰ ਸਾਰੇ, ਅੱਜ 17ਵਾਂ ਦਿਨ ਹੈ। 17 ਦਿਨਾਂ ਦੇ ਵਿੱਚ ਬਾਬਾ ਜੀ ਨੇ ਜੋ ਅਥੱਕ ਮਿਹਨਤ ਕੀਤੀ ਔਰ ਕਦੇ ਵੀ ਇਹਨਾਂ ਦੇ ਚਿਹਰੇ 'ਤੇ ਮਾੜੀ ਵੀ ਥਕਾਵਟ ਨਹੀਂ ਹੈ। ਜਿੱਦਾਂ ਮੈਡਮ ਸੰਤੋਸ਼ ਹੈ, ਹੋਰ ਵੀ ਸੇਵਾਦਾਰ ਹੈ ਜਿਨ੍ਹਾਂ ਨੇ ਲੰਗਰ ਵਿੱਚੋਂ ਵੀ ਸੇਵਾ ਨਿਭਾਈ ਹੈ। ਕਿਸੇ ਸੇਵਾਦਾਰ ਦੇ ਮੂੰਹ 'ਤੇ ਥਕਾਵਟ ਨਹੀਂ ਦੇਖੀ, ਕਿਸੇ 'ਤੇ ਇਹ ਨਹੀਂ ਸੁਣਿਆ ਕਿ ਮੈਂ ਥੱਕ ਗਿਆ, ਮੈਂ ਨਹੀਂ ਕਰ ਪਾਵਾਂਗਾ। ਇਹ ਸਾਰਾ ਜਿੰਨਾ ਵੀ ਇਹ ਹੈ, ਇਹ ਬਾਬਾ ਜੀ ਕਰਕੇ ਹੈ, ਬਾਬਾ ਜੀ ਦੀ ਪ੍ਰੇਰਣਾ 'ਤੇ ਹੈ। ਮੈਂ ਤਾਂ ਅੱਜ ਬਹੁਤ ਹੀ ਹੈਰਾਨ ਹੋ ਗਿਆ ਵੀ ਅਸੀਂ ਉਸ ਪੜ੍ਹਾਈ 'ਤੇ ਨਹੀਂ ਕੀਤੀ ਜਿਹੜੀ ਪੜ੍ਹਾਈ ਬਾਬਾ ਜੀ ਕੋਲ। ਜਦ ਬਾਬਾ ਜੀ ਨੇ ਬਚਨ ਕੀਤਾ ਕਿ ਤੈਨੂੰ ਸਵੇਰੇ ਧਾਗਾ ਪਵਾਉਣਾ ਸੂਈ 'ਤੇ ਅਸੀਂ ਡਰਦੇ ਸੀ ਵੀ ਸੂਈ 'ਤੇ ਧਾਗਾ ਪਊ ਕਿੱਦਾਂ, ਕੱਲ੍ਹ ਆਪਰੇਟ ਕੀਤਾ ਅਤੇ ਅੱਜ ਪਊਗਾ ਕਿੱਦਾਂ। ਮੈਂ ਕਿਹਾ ਬਾਬਾ ਜੀ ਕਿਰਪਾ ਕਰੋ, ਨਹੀਂ ਪੈਣਾ, 20 ਦਿਨ ਵੇਟ ਕਰ ਲਓ, 20 ਦਿਨਾਂ ਬਾਅਦ ਪਵਾ ਲਵਾਂਗੇ, ਜਾਂ ਦੁਬਾਰਾ ਦਿਖਾਣਾ ਹੋਊਗਾ ਉਸ ਦਿਨ। ਕਹਿੰਦੇ ਚੁੱਪ ਕਰ ਜਾ, ਇਹ ਪਾਊਗੀ, ਅਸੀਂ ਖੜੇ ਹਾਂ। ਔਰ ਸੰਤ ਮਹਾਂਪੁਰਸ਼, ਔਰ ਜੇ ਮੈਂ ਤੁਹਾਨੂੰ ਉਹ ਸੂਈ ਦਿਖਾਵਾਂ, ਉਹਦੇ ਕੋਲ ਹੈ, ਚਲੀ ਗਈ ਮੈਡਮ, ਮੇਰੇ ਖਿਆਲ ਕਿਰਨ ਮੈਡਮ ਕੋਲ ਹੋਣੀ, ਉਹ ਸਭ ਤੋਂ ਪਤਲੀ ਸੂਈ, ਔਰ ਉਹਦੇ ਵਿੱਚ ਧਾਗਾ ਪਾਇਆ ਔਰ ਸਾਰੀ ਸੰਗਤ ਦੇ ਸਾਹਮਣੇ ਪਾਇਆ। ਅਤੇ ਇਹ ਜਿਹੜੇ ਕਰਮ ਹੈ, ਇਹ ਜਿਹੜੇ ਚਮਤਕਾਰ ਹੈ, ਇਹ ਸੰਤ ਮਹਾਂਪੁਰਸ਼ਾਂ ਦੀ ਬਾਣੀ ਕਦੇ ਵਿਰਥਾ ਨਹੀਂ ਜਾਂਦੀ। ਔਰ ਜਿੱਥੇ ਸਾਡੇ ਬਾਬਾ ਜੀ ਸੰਤ ਹੈ, ਉੱਥੇ ਇੱਕ ਸਮਾਜ ਲਈ ਸਿਪਾਹੀ ਵੀ ਹੈ। ਸੰਤ ਔਰ ਸਿਪਾਹੀ ਦਾ ਕੰਮ ਦੋਨੋਂ ਕਰਦੇ ਆ। ਸਿਪਾਹੀ ਦਾ ਮਤਲਬ ਹੁੰਦਾ ਸਮਾਜ ਦੀ ਸੇਵਾ ਕਰਨਾ, ਅਤੇ ਸੰਤ ਦਾ ਮਤਲਬ ਹੁੰਦਾ ਨਾਮ ਜਪਣਾ ਅਤੇ ਜਪਾਣਾ। ਅਸੀਂ 20 ਸਾਲਾਂ ਦੇ ਜੁੜੇ ਹਾਂ, 20 ਸਾਲ ਹੋ ਗਏ। 20 ਸਾਲ ਦੇ ਵਿੱਚ ਕਿੰਨੇ ਹੀ ਕੈਂਪ ਲਾਏ, ਇਹ ਨਹੀਂ ਵੀ ਇੱਕ ਇੱਥੇ ਲਾਇਆ, ਪਠਾਨਕੋਟ 'ਤੇ ਲੈ ਕੇ, ਹੁਸ਼ਿਆਰਪੁਰ 'ਤੇ ਲੈ ਕੇ ਹਰ ਜਗ੍ਹਾ 'ਤੇ ਲਾਏ ਹੈ। ਔਰ ਇਹਦੇ ਲਈ ਬਾਬਾ ਜੀ ਦੇ ਅਸੀਂ ਬਹੁਤ ਹੀ ਰਿਣੀ ਹੈ, ਬਹੁਤ ਹੀ ਧੰਨਵਾਦੀ ਹੈ ਕਿ ਇਹਨਾਂ ਨੇ ਸਾਨੂੰ ਇਸ ਕਾਬਲ ਸੇਵਾ ਦਿੱਤੀ ਹੈ। ਔਰ ਸਾਨੂੰ
ਸ਼ਕਤੀ ਦਿੱਤੀ ਹੈ ਕਿ ਅਸੀਂ ਇਹ ਸੇਵਾ ਪੂਰੀ ਤਰ੍ਹਾਂ ਨਿਭਾ ਸਕੀਏ। ਸਾਡੇ ਚੀਫ ਸਰਜਨ ਡਾਕਟਰ ਅਮਨਦੀਪ ਔਜਲਾ ਜੀ, ਡਾਕਟਰ ਮਨਦੀਪ ਸੂਦ ਜੀ ਔਰ ਸਾਰੀ ਟੀਮ, ਕਦੇ ਵੀ ਇਹਨਾਂ ਨੇ ਇਹ ਨਹੀਂ ਕਿਹਾ, ਜਦੋਂ ਵੀ ਅਸੀਂ ਕਿਹਾ ਬਾਬਾ ਜੀ ਨੇ ਕਿਹਾ ਵੀ ਇੰਨਾ ਕਰਨਾ, ਅਸੀਂ ਕਿਹਾ 7 ਵਚਨ ਮਹਾਰਾਜ, ਕਿਉਂਕਿ ਸੰਤਾਂ ਦੀ ਬਾਣੀ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ। ਇਸ ਲਈ ਜੋ ਲੋਕ ਮੇਰੀ ਆਵਾਜ਼ ਸੁਣਦੇ ਆ, ਮੈਂ ਉਹਨਾਂ ਨੂੰ ਇਹ ਜ਼ਰੂਰ ਕਹੂੰਗਾ ਕਿ ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜੋ, ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜੋ, ਤਾਂ ਕਿ ਤੁਹਾਡੇ ਬੱਚੇ ਨਸ਼ਿਆਂ ਦੇ ਰਹਿਤ ਰਹਿ ਸਕਣ। ਨਸ਼ਿਆਂ ਦੇ ਰਹਿਤ ਜਿਹੜੇ ਪਰਿਵਾਰਾਂ ਦੇ ਬੱਚੇ ਹੈ, ਉਹ ਪਰਿਵਾਰ ਬਹੁਤ ਉੱਪਰ ਜਾਂਦੇ ਆ। ਬਾਬਾ ਜੀ ਨੇ ਸਮਾਜ ਲਈ ਇਕੱਲਾ ਕੈਂਪ ਨਹੀਂ, ਇਹਨਾਂ ਨੇ ਸਿੱਖਿਆ ਦਾ ਵੀ ਪ੍ਰਬੰਧ ਕੀਤਾ ਹੈ, ਜਿਹਦੇ ਵਿੱਚ ਸਿੱਖਿਆ ਦੀ ਪ੍ਰਣਾਲੀ ਹੈ। ਔਰ ਇਹਨਾਂ ਨੇ ਇੱਕ ਸਕੂਲ ਖੋਲ੍ਹਿਆ ਜਿਹੜਾ CBSE ਪੈਟਰਨ ਹੈ, ਤੇ ਉਹਦੇ ਵਿੱਚ ਵੀ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਈ ਦਾ ਫ੍ਰੀ ਦੇ ਬਰਾਬਰ ਹੈ, ਔਰ ਬੱਸਾਂ ਲੈਣ ਵੀ ਜਾਂਦੀਆਂ, ਛੱਡਣ ਵੀ ਜਾਂਦੀਆਂ, ਤੇ ਇਹ ਸਾਰੀ ਸੇਵਾ ਬਾਬਾ ਜੀ ਕਰ ਰਹੇ ਹੈ। ਔਰ ਬਾਬਾ ਜੀ ਨੂੰ ਅਸੀਂ ਤਾਂ ਇਹ ਕਹਾਂਗੇ, ਜੋ ਆਵਾਜ਼ ਸਾਡੀ ਸੁਣੇ ਕਿ ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜੋ, ਤੁਹਾਡੀ ਬਹੁਤ ਹੀ ਇਹ ਹੋਏਗੀ ਤਾਂ ਕਿ ਤੁਸੀਂ ਨਸ਼ਿਆਂ ਤੇ ਰਹਿਤ ਰਹਿ ਸਕੋ, ਤੁਹਾਡੇ ਬੱਚੇ ਨਸ਼ਿਆਂ ਤੇ ਰਹਿਤ ਰਹਿਣ। ਜੇ ਤੁਸੀਂ ਸਮਝੋਗੇ ਨਾ ਸਰਕਾਰਾਂ ਨੇ ਕਰਨਾ, ਸਰਕਾਰਾਂ ਨੇ ਨਹੀਂ ਕਰਨਾ। ਸਰਕਾਰਾਂ ਨੇ ਤਾਂ ਇਹ ਕਰਨਾ ਜਿੱਦਾਂ ਲੋਕਡਾਊਨ ਦੇ ਵਿੱਚ ਮੰਦਰ ਬੰਦ, ਗੁਰਦੁਆਰੇ ਬੰਦ, ਮਸਜਿਦਾਂ ਬੰਦ, ਸਕੂਲ ਬੰਦ, ਟ੍ਰੇਨਾਂ ਬੰਦ। ਕੀ ਖੋਲੋ? ਬੋਲੋ ਇੱਕ ਵਾਰ ਜਰਾ, ਠੇਕੇ ਖੋਲੋ। ਸਰਕਾਰਾਂ ਦੇ ਕੰਮ ਹੈ ਕਿ ਸਾਰੇ ਬੰਦ ਕਰ ਦਿਓ, ਸਿਰਫ ਠੇਕੇ ਖੋਲੋ। ਤੇ ਤੁਸੀਂ ਆਪਣਾ ਮੂੰਹ ਆਪ ਧੋਣਾ ਹੈ। ਜੇ ਦੂਜੇ ਕੋਲੋਂ ਧੋਆਓਗੇ ਨਾ ਤੇ ਉਹ ਕੋਈ ਨਾ ਕੋਈ ਸ਼ਰਾਰਤ ਕਰੂਗਾ, ਚੁੰਡੀ ਵੱਢੂਗਾ, ਕੋਈ ਸ਼ਰਾਰਤ ਕਰੂਗਾ। ਇਸ ਲਈ ਤੁਸੀਂ ਆਪਣੇ ਬੱਚਿਆਂ ਨੂੰ, ਜਿੱਥੇ ਤੱਕ ਮੇਰੀ ਆਵਾਜ਼ ਜਾ ਰਹੀ ਹੈ, ਗੁਰੂ ਚਰਨਾਂ ਨਾਲ ਲਾਓ। ਤੇ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ, ਮੈਂ ਬਾਬਾ ਜੀ ਦੇ ਚਰਨਾਂ ਵਿੱਚ ਫਿਰ ਨਮਸਕਾਰ ਕਰਦਾ ਵੀ ਇੱਦਾਂ ਦੇ ਹੀ ਚਮਤਕਾਰ ਔਰ ਇਹਨਾਂ ਦੀ ਸ਼ਕਤੀ ਸਾਨੂੰ ਦਿਓ ਕਿ ਅਸੀਂ ਇੱਦਾਂ ਹੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹੀਏ। ਜਦੋਂ ਵੀ ਬਾਬਾ ਜੀ ਕਹਿੰਦੇ ਨਾ ਕੋਈ ਮਰੀਜ਼ ਆਉਂਦਾ, ਇਹਨਾਂ ਨੇ ਇੱਕੋ ਹੀ ਗੱਲ ਕਹਿਣੀ, ਉਹ ਕਰ ਦਿਓ ਯਾਰ, ਕੁਛ ਨਹੀਂ ਹੁੰਦਾ, ਗਰੀਬ ਹੈਗਾ। ਮੈਂ ਕਿਹਾ ਬਾਬਾ ਜੀ ਜ਼ਿਆਦਾ, ਕਹਿੰਦੇ ਕਿਉਂ ਜ਼ਿਆਦਾ ਦਾ ਕੀ ਹੋਇਆ, ਦਾਨੀ ਦਾਨ ਕਰੇ, ਭੰਡਾਰੀ ਦਾ ਢਿੱਡ ਦੁਖੇ। ਮਤਲਬ ਲੋਕ ਦਾਨ ਦੇ ਰਹੇ ਆ ਤੇ ਆਪਾਂ ਕਰ ਰਹੇ ਆ। ਤੇ ਬਾਬਾ ਜੀ ਦੀ ਸੋਚ ਬਹੁਤ ਉੱਚੀ ਹੈ, ਅਸੀਂ ਉੱਥੇ ਤੱਕ ਨਹੀਂ ਪਹੁੰਚ ਪਾਉਂਦੇ। ਜਿੱਦਾਂ ਮੈਡਮ ਸੰਤੋਸ਼ ਹੈ, ਇਹਨਾਂ ਨੇ ਵੀ ਸੇਵਾ ਵਿੱਚ ਪੂਰਾ ਯੋਗਦਾਨ ਪਾਇਆ ਹੈ। ਸਾਡੇ ਡੇਰੇ ਡੋਗਰ ਜੀ ਹੈ, ਜਿਹੜੇ 24 ਘੰਟੇ ਵੀ ਥੱਕਦੇ ਹੀ ਨਹੀਂ, ਉਹ ਵੀ ਬਾਬਾ ਜੀ ਦੀ ਸੇਵਾ ਵਿੱਚ ਹੀ ਲੱਗੇ ਹੈ। ਜਦੋਂ ਲੰਗਰ ਕਹੋ, ਕੁਝ ਵੀ ਕਹੋ, ਹਰ ਵੇਲੇ ਹਾਜ਼ਰ ਹੈ। ਤੇ ਸਾਰੇ ਜਿੰਨੇ ਵੀ ਸੇਵਾਦਾਰਾਂ ਨੇ ਸੇਵਾ ਕੀਤੀ ਹੈ, ਔਰ ਖਾਸ ਕਰਕੇ ਮੈਂ ਮੀਡੀਆ ਦਾ ਬਹੁਤ ਧੰਨਵਾਦੀ ਹਾਂ, ਕਿਉਂਕਿ ਮੀਡੀਆ ਨੇ ਸਾਡੀ ਗੱਲ ਪਬਲਿਕ ਤੱਕ ਪਹੁੰਚਾਈ। ਪਬਲਿਕ ਨੂੰ ਜਦੋਂ ਪਤਾ ਲੱਗਿਆ ਤੇ ਫਿਰ ਉਹ ਇਸ ਕੁੰਭ ਵੀ ਸ਼ਾਮਲ ਹੋਏ। ਇਸ ਲਈ ਜਨਤਾ TV, ਮਹਿੰਦਰਾ ਸਟੂਡੀਓ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਹੈ। ਮੈਂ ਓਕੂਲਸ ਆਈ ਹਸਪੀਟਲ ਦੀ ਸਾਰੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ। ਬਾਬਾ ਜੀ ਦਾ ਵੀ ਧੰਨਵਾਦ ਕਰਦੇ ਹਾਂ ਵੀ ਇੱਦਾਂ ਹੀ ਸਾਨੂੰ ਸੇਵਾ ਦਾ ਮੌਕਾ ਦੇਈ ਜਾਓ। ਤੇ ਬਹੁਤ ਬਹੁਤ ਧੰਨਵਾਦ। ਜੋ ਬੋਲੇ ਸੋ ਨਿਹਾਲ। ਜੇ ਮੇਰੇ ਤੋਂ ਕੋਈ ਉੱਚਾ ਨੀਵਾਂ ਸ਼ਬਦ ਬੋਲਿਆ ਗਿਆ ਹੋਏਗਾ ਕਿਸੇ ਸੇਵਾਦਾਰ ਨੂੰ ਜਾਂ ਕਿਸੇ ਨੂੰ ਮਰੀਜ਼ ਨੂੰ, ਤੇ ਮੈਂ ਉਹਦੇ ਲਈ ਖਿਮਾ ਦਾ ਯਾਚਕ ਹੈ ਔਰ ਸਾਰਿਆਂ ਦੇ ਖਿਮਾ ਚਾਹੁੰਦੇ ਹਾਂ। ਇਸ ਲਈ ਓਕੂਲਸ ਆਈ ਹਸਪੀਟਲ ਦੀ ਜਿਹੜੀ ਟੀਮ ਹੈ, ਉਹ ਹਰ ਵੇਲੇ ਬਾਬਾ ਜੀ ਦੇ ਚਰਨਾਂ ਨਾਲ ਜੁੜੀ ਹੈ ਔਰ ਅਸੀਂ ਹਰ ਵੇਲੇ ਖੜੇ ਹਾਂ। ਜਦੋਂ ਸਾਨੂੰ ਹੁਕਮ ਲਾਓਗੇ, ਮੈਂ ਸਾਰੀ ਟੀਮ ਵੱਲੋਂ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਤਿਕਾਰਯੋਗ ਗੁਰੂ ਸਾਧ ਸੰਗਤ ਜੀ ਅਤੇ ਡਾਕਟਰ ਸਾਹਿਬਾਨ, ਸਾਡੇ ਬਾਬਾ ਜੀ ਅਸ਼ੋਕ ਜੀ, ਬਹੁਤ ਵੱਡੀ ਕਿਰਪਾ ਹੈ ਸਾਡੇ ਸਾਰਿਆਂ ਤੇ। ਕਿਉਂਕਿ ਜਿਸ ਵੇਲੇ ਕਿਸੇ ਵੀ ਕਾਰਜ ਦੀ ਕੋਈ ਸਮਾਪਤੀ ਹੁੰਦੀ ਤੇ ਬਹੁਤ ਵੱਡਾ ਸਾਨੂੰ ਇੱਕ ਸੰਕੇਤ ਮਿਲਦਾ, ਜਿਹਦੇ ਵਿੱਚ ਮਹਾਂਪੁਰਸ਼ ਆ ਕੇ ਆਪਣਾ ਆਸ਼ੀਰਵਾਦ ਦਿੰਦੇ ਆ। ਤੇ ਬਾਬਾ ਜੀ ਆਏ ਆ, ਸੋਢੀ ਜੀ, ਸਾਰੇ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਲੈ ਕੇ। ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਜਿਸ ਵੇਲੇ ਅਸੀਂ ਉਹਨਾਂ ਲੋਕਾਂ ਵੱਲ ਦੇਖੀਏ ਜਿਨ੍ਹਾਂ ਨੂੰ 10-10, 8-8 ਸਾਲ ਦਿਸਿਆ ਨਹੀਂ ਤੇ ਅੱਜ ਉਹ ਦਿਖਿਆ, ਤੇ ਮਨ ਦੇ ਵਿੱਚ ਬਹੁਤ ਖੁਸ਼ੀ ਹੋਈ ਕਿ ਸਾਡਾ ਸਾਰਾ ਹੀ ਇਹ ਜੋ ਕੀਤਾ ਹੋਇਆ ਕਾਰਜ ਆ, ਤੋ ਸਾਨੂੰ ਮਾਲਕ ਨੇ ਵਡਿਆਈ ਬਖਸ਼ਿਸ਼ ਦਿੱਤੀ ਆ। ਔਰ ਅੱਗੇ ਲਈ ਵੀ ਅਸੀਂ ਯਤਨਸ਼ੀਲ ਰਹਾਂਗੇ ਕਿ ਇਹ ਕਾਰਜ ਵਿੱਚ ਵੱਧ ਤੋਂ ਵੱਧ ਅਸੀਂ ਸੇਵਾ ਨਿਭਾਵਾਂਗੇ। ਤੋ ਜਿੱਥੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ, ਉੱਥੇ ਅਸੀਂ ਡਾਕਟਰ ਸਾਹਿਬਾਨਾਂ ਦਾ, ਡਾਕਟਰ ਮਨਦੀਪ ਜੀ ਦਾ ਔਰ ਅਮਨ ਸੂਦ ਜੀ ਦਾ
ਅਮਨ ਔਜਲਾ ਜੀ ਦਾ ਔਰ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਆ। ਬੜੀ ਖੁਸ਼ੀ ਹੋਈ ਆ। ਅੱਗੇ ਵੀ ਕੈਂਪ ਲਾਉਂਦੇ, ਅੱਗੇ ਵੀ ਬਹੁਤ ਖੁਸ਼ੀਆਂ ਹੁੰਦੀਆਂ ਸੀ, ਪਰ ਇਸ ਵਾਰ ਇੰਨੀ ਖੁਸ਼ੀ ਹੋਈ ਆ ਕਿ ਲੋਕਾਂ ਦੇ ਅੰਦਰ ਬਹੁਤ ਖੁਸ਼ੀ ਦੀ ਲਹਿਰ ਆਈ। ਲੋਕ ਆਸੇ-ਪਾਸੇ ਕਹਿੰਦੇ ਵੀ ਸਾਨੂੰ ਪਿੰਡਾਂ 'ਚੋਂ ਪੁੱਛ ਕੇ ਬਾਬਾ ਜੀ ਦੇ ਜਾਂਦੇ ਕੀ ਪ੍ਰੋਗਰਾਮ ਹੈ ਉੱਥੇ, ਤੇ ਨਾਲ ਹਸਪੀਟਲ ਸੰਤ ਬਾਬਾ ਜੀ ਦਾ ਉਹਨਾਂ ਉੱਥੇ ਹਸਪੀਟਲ ਤੋਂ ਮੁੜ ਕੇ ਸਾਰੇ ਉਹ ਮੈਨੂੰ ਕਹਿੰਦੇ ਕਿੰਨੇ ਕੁ ਦਿਨ ਇਹ ਰਹਿਣਾ, ਕੀ ਪ੍ਰੋਗਰਾਮ ਸ਼ੁਰੂ ਕੀਤਾ ਆ। ਵੀ ਬੜੇ ਲੋਕ ਦੂਰੋਂ ਆਉਂਦੇ ਆ ਤੇ ਆ ਕੇ ਪੁੱਛਦੇ ਆ, ਉਹ ਭੁਲੇਖੇ ਨਾਲ ਇੱਥੇ ਆ ਜਾਂਦੇ। ਮੈਂ ਕਿਹਾ ਇਹ ਵੀ ਸਾਡਾ ਹੀ, ਉਹ ਵੀ ਸਾਡਾ ਹੀ, ਸਾਰਾ ਆਪਣਾ ਹੀ ਆ ਸਾਰਾ ਕੁਝ। ਤੇ ਜਿੱਥੇ ਵੀ ਕੋਈ ਆਉਂਦਾ ਆ ਬਹੁਤ ਖੁਸ਼ੀ ਆ। ਤੇ ਵੱਡੀ ਗੱਲ ਇਹ ਹੈ ਕਿ ਜੋ ਸਾਨੂੰ ਅੱਜ ਇਸ ਕੈਂਪ ਦੇ ਵਿੱਚ ਭਾਵੇਂ ਬੇਗਲ ਸਾਹਿਬ ਇਸ ਕੈਂਪ ਦੇ ਵਿੱਚ ਸ਼ਾਮਲ ਨਹੀਂ ਹੋਏ, ਪਰ ਅਸੀਂ ਹਰ ਰੋਜ਼ ਉਹਨਾਂ ਨੂੰ ਰਿਪੋਰਟ ਦਿੰਦੇ ਆ ਔਰ ਹਰ ਰੋਜ਼ ਉਹਨਾਂ ਨੂੰ ਸਾਰਾ ਉਹ ਵੱਡੇ ਸਕਰੀਨ ਤੇ ਰੋਜ਼ ਦੇਖਦੇ ਵੀ ਅੱਜ ਕੀ ਹੋਇਆ ਤੇ ਕਿੱਦਾਂ ਹੋਈ ਆ। ਬੜੇ ਖੁਸ਼ ਆ। ਹੁਣ ਵੀ ਤੁਸੀਂ ਗੱਲ ਕਰ ਸਕਦੇ ਆ ਜਿੰਨੀ ਉਹਨਾਂ ਨੂੰ ਖੁਸ਼ੀ ਆ ਇਸ ਕਾਰਜ ਦੀ, ਇਸ ਕੈਂਪ ਦੀ। ਤੇ ਪਿਛਲੇ ਕੈਂਪਾਂ 'ਚ ਭਾਵੇਂ ਉਹ ਆਪ ਰਹਿ ਕੇ ਗਏ ਆ ਤੇ ਅਜੇ ਤੱਕ ਉਹਨਾਂ ਨੇ ਕੈਂਪ ਬੰਦ ਨਹੀਂ ਕੀਤਾ। ਉਹਨਾਂ ਨੂੰ ਪੁੱਛਿਆ ਵੀ ਇਹ ਕਾਰਜ ਅਸੀਂ ਸਮਾਪਤ ਕਰ ਦਈਏ, ਕਹਿੰਦੇ ਨਹੀਂ, ਵੀ ਜਿਹੜਾ ਵੀ ਕੋਈ ਵੀ ਆਉਂਦਾ, ਦੁਖੀ ਆਉਂਦਾ, ਪਰੇਸ਼ਾਨ ਆਉਂਦਾ, ਜਿਹੜਾ ਲੋੜਵੰਦ ਆਉਂਦਾ, ਉਹਨੂੰ ਜਵਾਬ ਨਹੀਂ ਦੇਣਾ। ਤੇ ਅਸੀਂ ਡਾਕਟਰ ਸਾਹਿਬ ਨੂੰ ਮੈਂ ਕਿਹਾ ਵੀ ਚਲੋ ਥੋੜ੍ਹਾ ਜਿਹਾ ਆਪਾਂ ਰੈਸਟ ਕਰ ਲੈਂਦੇ ਆ, ਹੋਰ ਰੀਚਾਰਜ ਹੋ ਕੇ ਫੇਰ ਸ਼ੁਰੂ ਕਰ ਦੇਵਾਂਗੇ। ਤੇ ਉਹਨਾਂ ਨੂੰ ਬੇਨਤੀ ਕੀਤੀ, ਉਹ ਕਹਿੰਦੇ ਕਿ ਠੀਕ ਆ ਵੀ ਆਪਣਾ ਉਹ ਵੀ ਦੂਸਰਾ ਜਿਹੜਾ ਆਪਾਂ ਕੈਂਪ ਲਗਾਉਣਾ ਆਪਣੇ ਨਕੋਦਰ ਵਿੱਚ, ਉਹ ਨਕੋਦਰ ਦੇ ਵੀ ਲਾਵਾਂਗੇ, ਇੱਕ ਮਾਲਪੁਰ ਲਗਾਵਾਂਗੇ। ਮਾਲਪੁਰ ਜੋ ਸੰਗਤ ਏਡ ਵੱਲੋਂ ਮਹਾਂਪੁਰਸ਼ਾਂ ਵੱਲੋਂ ਇਹ ਸੇਵਾ ਨਿਭਾਈ ਜਾਂਦੀ ਆ, ਉਹਨਾਂ ਵੱਲੋਂ ਵੀ ਬੇਨਤੀ ਡਾਕਟਰ ਸਾਹਿਬ ਨੂੰ। ਤੇ 2 ਕੈਂਪ ਆਪਾਂ ਜੇ ਹੋਰ ਲਾਉਣੇ ਆ ਤੇ ਉਹਦੇ ਵਿੱਚ ਵੀ ਡਾਕਟਰ ਸਾਹਿਬਾਂ ਨੂੰ ਆਪਾਂ ਤਕਰੀਰ ਦੇਣੀ ਆ ਤੇ ਉਹਦੇ 'ਚ ਵੀ ਸੇਵਾ ਨਿਭਾਉਣਗੇ। ਤਾਂ ਮੈਂ ਇਸ ਕੈਂਪ ਲਈ ਜੋ 22 ਤਰੀਕ ਤੋਂ ਸ਼ੁਰੂ ਹੋਇਆ ਕੈਂਪ, ਅੱਜ ਤੱਕ ਮਾਲਕ ਦੀ ਬੜੀ ਕਿਰਪਾ ਰਹੀ ਆ। ਤੇ ਇਸੇ ਤਰ੍ਹਾਂ ਸਾਡੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਮਹਾਰਾਜ ਇਹ ਕਾਰਜ ਕਰਾਵੇ। ਪਰ ਜਦੋਂ ਕਿਸੇ ਦੀ ਨਜ਼ਰਾਂ ਦੇ ਵਿੱਚ ਲਾਈਟ ਆਉਂਦੀ ਆ, ਅੱਖਾਂ ਦੇ ਵਿੱਚ ਲਾਈਟ ਆਉਂਦੀ ਆ, ਤੇ ਸਾਨੂੰ ਆਪਣੇ ਆਪ ਨੂੰ ਮਹਿਸੂਸ ਹੁੰਦਾ ਵੀ ਅਸੀਂ ਇਹਦੀ ਜਗ੍ਹਾ ਵੀ ਸਾਡੇ ਨਾਲ ਕੀ ਬੀਤੇਗਾ। ਤੇ ਅੱਜ ਬਹੁਤ ਖੁਸ਼ੀ ਆ ਇਹਨਾਂ ਕਾਰਜਾਂ ਲਈ। ਅਸੀਂ ਡਾਕਟਰ ਸਾਹਿਬ ਜੀ ਦਾ ਧੰਨਵਾਦ ਕਰਦੇ ਆ, ਸਾਰੀ ਟੀਮ ਦਾ ਧੰਨਵਾਦ ਕਰਦੇ ਆ। ਤੇ ਜੇ ਸੇਵਾ ਨਿਭਾਉਂਦਿਆਂ ਹੋਇਆ ਕੋਈ ਵੱਧ ਘੱਟ ਸਾਡੇ ਕੋਲ ਕੋਈ ਸੇਵਾ ਵਿੱਚ ਕੋਈ ਕਮੀ ਰਹਿ ਗਈ ਹੋਵੇ ਜਾਂ ਕੋਈ ਕਿਸ ਤਰ੍ਹਾਂ ਦਾ ਬੋਲ ਹੋ ਗਿਆ ਹੋਵੇ, ਤਾਂ ਅਸੀਂ ਹੱਥ ਬੰਨ੍ਹ ਕੇ ਸਾਰੀ ਟੀਮ ਦੇ ਕੋਲੋਂ ਖਿਮਾ ਦੇ ਜਾਚਕ ਹਾਂ ਔਰ ਬੇਨਤੀ ਕਰਾਂਗੇ ਐਤਵਾਰ ਡਾਕਟਰ ਸਾਹਿਬ ਸਾਨੂੰ ਜ਼ਰੂਰ ਦਰਸ਼ਨ ਦੇਣ, ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਡਾਕਟਰ ਸਾਹਿਬ ਉੱਥੇ ਤਾਂ ਸਾਨੂੰ ਪਹਿਚਾਣ ਨਹੀਂ ਵੀ ਕੌਣ ਤੁਹਾਡਾ ਆਪਰੇਸ਼ਨ ਕਰਦਾ। ਦੀਵਾਨਾ ਜੀ ਨੇ ਆਪਰੇਸ਼ਨ ਕਰਾਇਆ ਤੇ ਮੈਨੂੰ ਕਹਿੰਦੇ ਮੈਨੂੰ ਅੰਦਰ ਦਿਖਾ ਸਕਦੇ। ਮੈਂ ਕਿਹਾ ਕੀ ਗੱਲ? ਕਹਿੰਦੇ ਮੈਂ ਦੇਖਣਾ ਚਾਹੁੰਦਾ। ਮੈਂ ਕਿਹਾ ਤੁਹਾਡਾ ਆਪਣਾ ਹੋਇਆ? ਕਹਿੰਦਾ ਮੈਂ ਤਾਂ ਉਸੇ ਕਰਾਉਂਦਾ, ਮੈਨੂੰ ਕੀ ਪਤਾ ਵੀ ਕੀ ਹੋ ਰਿਹਾ, ਪਰ ਮੈਂ ਦੇਖਣਾ ਚਾਹੁੰਦਾ ਮੇਰੇ ਨਾਲ ਕੀ ਹੋਇਆ। तो मैं कहा कोई नहीं डॉक्टर साहब मैं बेनती करांगे तुसीं अंदर जाके देख लियो। तो उन्होंने बहुत अपने आप नूं भी इस तरह ऑपरेशन होंदा और पता ही नहीं लगन दिंदे भी किहड़े वेले ऑपरेशन हो गया। तो मालक की बड़ी कृपा, सारिਆਂ ਨੂੰ कोई दर्द नहीं हुई, कोई परेशानी नहीं हुई। तो अज बहुत खुशी हुई असीं सारे टीम का और सारिया संगतां दा, बेगल साहब का और गुरु महाराज का कोट कोट धन्नवाद करते हैं जिन्होंने इन्नी अपने सीस ते मेहर अपना हाथ रख के ये सेवा बख्श की है। सो बहुत बहुत धन्यवाद बाबा जी का भी, बाबा जी अशोक जी का, सारे के महापुरुषों का, सोढी जी का जिन्होंने अपना सारे प्रोग्राम छड्ड के इत्थे उन्होंने सेवा निभाई आ। तो मीडिया का जिन्ना भी उस दिन तो मीडिया साडे नाल तुरिया होया, तो मीडिया की कृपा बहुत हुई आ। बिना असी किते अखबार च नहीं दिता, अगे असी ऐडा दिंदे सी 60-60 70 हज़ार दी साडियां ऐडा जांदियां सीगियां ते लोकां नूं पता लगदा सीगा ते ओह आउंदे सीगे। ते अज मालक की कृपा हुई आ, वो सारा कुछ उदा ही बाबा जी अपने महाराज भरथरी जी संत बन गया, बादशाह जिहड़े सी ना वो संत बन गए, भरथरी राजा ना संत बन गया। तो जिस वेले संत बनया तो सारी प्रजा जिहड़े उहदे नाल दे एहलकार सारे उन्होंने मिलण वास्ते जंगल विच गए। तो उन्होंने देख लिया भरथरी जी दे मेरा टाइम खराब करनगे, तो अखां मीट के बैठ गए। लैके आए सी भिक्षा, वो जिहड़ी हुंदी ना छोटी हांडी, उहदी भिक्षा लैके आए। तो उन्होंने देखा भी सारे इकट्ठे होकर आ गए, मेरा टाइम खराब करनगे, तो उन्होंने हांडी अपने कोल रख ली। तो जिस वेले सारे बादशाह बैठे उन्होंने गलबात करते भी तुसीं क्यों राज भाग छड्डिया, तुसीं इस तरह क्यों हो गए, तुहानूं किहड़ी लगन लगी, की गलबात, वो ना नीवी पा के बैठे रहे, बोले नहीं। उन्होंने कपड़न कर मैं किसी नाल गल नहीं करनी। तो जो चुप कीते आ ते गल नहीं करते तो सारी गल्लां बातां पुछी जांदे आ। ते एक कुत्ता आया, कुक्कर आया, उन्होंने हांडी दे विच मूँह पा लिया। तो जिस वेले मूँह पा के तो जिस वेले मूँह दा विच खुल गया तो निकल नहीं सकता, वो हांडी दे विच फस गया उसदा गल। तो वो उदा ही डरदा ना हांडी दे सड़े चक के वो दौड़ गया, तो परेशान बड़ा होया क्योंकि मूँह विच आ गया। तो वो रौली पाउंदे सारे भी बाबा जी का पात्र कुत्ता उठा के लै गया, मगर पकड़ो 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 इसको पकड़ो, कुत्ते को भी बर्तन लै गया चक के। तो वो सारे लोग वो मगर दौड़ गए। तो भरथरी राजा ने उठ के हसया, बहुत हसया, खड़ा होकर ना हसना शुरू कर दिता।
बड़ी खुशी हुई। तो वो फिर कह लगे भी बादशाह सारे कह लगे भी तुहानूं बेनती करते रहे भी साडे नाल तुसीं गलबात करो, कोई कीती नहीं, पर हुण क्यों हसदे, हसन का कारण दस दिओ। कहंदा भी हसदा इस करके आ कि मेरे ते किन्नी किरपा हुई है, उस मालक की मेरे ते किन्नी किरपा हुई आ कि जिस वेले दूसरी रियासत में जाता सी ना, तो मेरे 9 रथ जिहड़े मेरे अपने बर्तन जिहड़े मैं रोटी जिहड़ा खांदा सी ना, 9 रथ जिहड़े भर के बर्तनां नाल जांदे सी मेरे कल्ले दे। तो अज मेरा सारा बवारजी खाना कला कुत्ता ही चक्की ले जाता। इस करके मैं खुश है मेरे ते किन्नी मालक ने किरपा करती। सारा बवारजी खाना मेरा, मतलब रोटी वो टिंड में सी ना वो कहता सारा बवारजी खाना लंगर खाना सारा मेरा कला कुत्ता चक्की ले जा रहा। तो वो गल देख के मैं खुश होंदा। तो अज मीडिया के असीं इधर का मगर तुरे फिरदे, असीं कोई साडी गल नहीं सुनदा, किते अखबार जिहड़ा तो थोड़ा जिहा दे देना जी उत्थे कैंपिया चले जाओ, अखां का कोई विस्तार नहीं, कोई नहीं गलबात। अज लोगों को सारा पता लगता किन्हां दी नज़र किन्नी अखां 'च लाइट आई आ, किद्दां किद्दां आई आ, डॉक्टर साहब ने की कीता, वो सारा ही विस्तार दे नाल दस्सिया गया। तो लोगों को सच का पता लगा कि सच की आ, जो लोग की तुसीं दे रहे लोगों को ਉਹਦੇ बारे पता लग्या। इस गल की बहुत खुशी आ कि लोगों को सारा पता लग्या तुसीं किहड़ा लेंस पाया, किस किन पावर का पाया, किद्दां पाया, किहनूं 2 अखां तो दिस नहीं सी रहा, उन्होंने 1 अख पहला तैयार की, दूजी की, कली कली विस्तार के नाल दस्सिया गया। तो संगतां सारियां इंग्लैंड, अमेरिका, कनेडा तक सानूं उत्थों मैसेज आए आ। तो बहुत बहुत धन्यवाद सारे मीडिया का, तो जिन्हों ने इन्नी किरपा करके सानूं टाइम दिता। सो ज़्यादा ना कहंदा होया सारियां दा ही मैं धन्यवाद करदा होया इत्थे ही गिनती करके। तो मैं बेनती करा जो तेरी सरनाता दिन नाही पार, प्रभु पूरन काम, प्रभु पूरन काम, पूरा प्रभु आराध्या, पूरा आराध्या, पूरा जाका नाम, नानक पूरा पाया, पूरे के गुण गा।